क्लब के मैंबर ਨੂੰ यही एक संदेश देना चाहना कि बेस्ट टीम लैके आओ ताकि यह जोड़ा साडा बेस्ट क्लब है जोड़ा ऑलरेडी प्रस्टीजियस क्लब है पंजाब 25 क्लब ने रैंकिंग 1 इस क्लब की है। ਤੇ ਮੈਂ ਚਾਹੁੰਦਾ ਸੀਗਾ ਕਿ ਕਲੱਬ ਦੇ ਵਿੱਚ ਜਿਹੜੀ ਯੂਥ ਦੀ ਕਮੀ ਹੈ ਉਹਦਾ ਜਾਂ ਤਾਂ ਫੇਸ ਬਣ ਕੇ ਆਈਏ ਤੇ ਉਹਨਾਂ ਨੂੰ ਮੇਕ ਸ਼ੋਰ ਕਰੀਏ ਕਿ ਉਹਨਾਂ ਨੂੰ ਵੀ ਕੇਟਰ ਕਰੀਏ। ਨਵੀਂ ਕਮੇਟੀ ਜਿਹੜੀ ਆਊਗੀ ਉਹ ਪੁਰਾਣੀ ਕਮੇਟੀ ਨਾਲੋਂ ਅੱਛਾ ਕਰਕੇ ਦਿਖਾਊਗੀ, ਫਿਰ ਹੀ ਮੈਂਬਰਸ ਨੂੰ ਫਾਇਦਾ ਹੈ। ਦੇਖੋ ਜਿਹੜੀ ਵੀ ਟੀਮ ਆਏਗੀ ਉਹ ਅੱਛੀ ਹੀ ਹੋਏਗੀ। ਜਿਹੜੇ ਵੀ ਪੈਂਡਿੰਗ ਕੰਮ ਰਹਿ ਗਏ ਹੋਣਗੇ ਜਾਂ ਸਾਡੇ ਟਾਈਮ 'ਚ ਅਸੀਂ ਨਹੀਂ ਕਰ ਪਾਏ ਹੋਵਾਂਗੇ ਕਿਹੜੀਆਂ ਵੀ ਸਥਿਤੀਆਂ ਬਣੀਆਂ ਹੋਣਗੀਆਂ, ਆਈ ਐਮ ਸ਼ੋਰ ਜਿਹੜੀ ਨਵੀਂ ਟੀਮ ਆਏਗੀ ਉਹ ਆਪਸ 'ਚ ਇੱਕ ਅੱਛਾ ਤਾਲਮੇਲ ਕਰਦੇ ਹੋਏ ਅੱਛੇ ਕੰਮ ਕਰੇਗੀ। ਮੈਂ ਇੱਕ ਤੇ ਆਪਣੇ ਰੈਸਟੋਰੈਂਟ ਨੂੰ ਰੈਨੋਵੇਸ਼ਨ ਕਰਾਂਗਾ ਤੇ ਇੱਕ ਕਿਚਨ 'ਚ ਕਾਫੀ ਸਮਾਨ ਔਰ ਰੈਨੋਵੇਸ਼ਨ ਹੋਣ ਦੀ ਜ਼ਰੂਰਤ ਹੈ, ਉਹ ਮੈਂ ਕਰਵਾਵਾਂਗਾ। ਸੁਨੇਹਾ ਇਹ ਦੇਣਾ ਚਾਹੁੰਦੇ ਆ ਵੀ ਅੱਖਾਂ ਬੰਦ ਕਰਕੇ ਨਹੀਂ, ਅੱਖਾਂ ਖੋਲ੍ਹ ਕੇ ਵੋਟ ਪਾਈਓ ਬਸ। ਕੋਈ ਰਿਸ਼ਤੇਦਾਰੀਆਂ, ਕੋਈ ਪਿਆਰ, ਕੋਈ ਨਾ ਸਮਝੋ, ਕੋਈ ਇਹ ਨਾ ਸਮਝੋ ਵੀ ਕਲੱਬ ਨੂੰ ਕਿਸੇ ਦੇ 2 ਬੰਦਿਆਂ 4 ਬੰਦਿਆਂ ਦੇ ਸਿਰ ਤੇ ਖੜਾ ਹੈ। ਕਲੱਬ ਸਿਰਫ ਖੜਾ ਹੈ, ਇਹ ਸੈਕੰਡ ਹੋਮ ਹੈ ਔਰ ਮੈਂਬਰ ਤੇ ਪੈਸੇ ਨਾਲ ਖੜਾ ਹੈ। ਕਲੱਬ ਮੈਂਬਰਸ ਨੂੰ ਇਹੀ ਸੁਨੇਹਾ ਹੈ ਜੀ ਕਿ ਤੁਸੀਂ ਆਪਣੇ ਵੋਟਿੰਗ ਰਾਈਟਸ ਐਕਸਰਸਾਈਜ਼ ਕਰਨੇ ਨੇ ਤੇ ਤੁਸੀਂ ਬਿਨਾਂ ਕਿਸੇ ਦੇ ਦਬਾਅ ਚਾਹੇ ਬਿਨਾਂ ਕੋਈ ਲਾਲਚ ਕੀਤੇ ਆਪਣੇ ਵੋਟਿੰਗ ਰਾਈਟਸ ਵਧੀਆ ਤਰੀਕੇ ਨਾਲ ਐਕਸਰਸਾਈਜ਼ ਕਰੋ ਤੇ ਆਪਣੀ ਵਧੀਆ ਕਮੇਟੀ ਜਿਹੜੀ ਆ ਉਹ ਚੁਣ ਕੇ ਸਾਹਮਣੇ ਆਵੇ। ਵੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ। ਤੁਸੀਂ ਵੇਖ ਸਕਦੇ ਹੋ ਇਸ ਵੇਲੇ ਅਸੀਂ ਮੌਜੂਦ ਹਾਂ ਲੁਧਿਆਣਾ ਦੇ ਮਸ਼ਹੂਰ ਸਤਲੁਜ ਕਲੱਬ ਦੇ ਵਿੱਚ। ਸਤਲੁਜ ਕਲੱਬ ਦੇ ਵਿੱਚ 24 ਤਰੀਕ ਨੂੰ ਨਵੀਂ ਕਮੇਟੀ ਦੇ ਲਈ ਇਲੈਕਸ਼ਨ ਹੋਣ ਜਾ ਰਹੇ ਨੇ, ਜਿਸ ਦੇ ਲਈ ਅੱਜ 2 ਦਿਨ ਨਾਮਾਂਕਨ ਕੀਤਾ ਜਾਵੇਗਾ, ਫਾਰਮ ਭਰੇ ਜਾਣਗੇ। 21 ਤਰੀਕ ਨੂੰ ਨਾਮਾਂਕਨ ਵਾਪਸ ਲਿੱਤੇ ਜਾਣਗੇ ਔਰ 24 ਤਰੀਕ ਨੂੰ 24 ਦਸੰਬਰ ਨੂੰ ਇੱਕ ਵਾਰ ਫਿਰ ਤੋਂ ਸਤਲੁਜ ਕਲੱਬ ਦੇ ਵਿੱਚ ਇਲੈਕਸ਼ਨ ਹੋਣ ਜਾ ਰਹੇ ਨੇ। ਤਾਜ਼ਾ ਤਸਵੀਰਾਂ ਕੀ ਨੇ ਉਹ ਵੇਖ ਲੈਂਦੇ ਹਾਂ। ਹਾਲਾਂਕਿ ਕਿੰਨੇ ਮੈਂਬਰ ਅੱਜ ਫਾਰਮ ਭਰਦੇ ਨੇ ਇਹ ਵੀ ਜਾਣਕਾਰੀ ਤੁਹਾਡੇ ਨਾਲ ਰੂਬਰੂ ਕਰਾਂਗੇ। ਫਿਲਹਾਲ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਤਲੁਜ ਕਲੱਬ ਦੀਆਂ ਨੇ, ਜਿੱਥੇ ਕਿ ਇਲੈਕਸ਼ਨ ਪ੍ਰੋਸੈਸ ਇੱਕ ਵਾਰ ਫਿਰ ਤੋਂ ਸਟਾਰਟ ਹੋ ਚੁੱਕਾ ਵਾ ਔਰ 2 ਦਿਨ ਅੱਜ ਔਰ ਕੱਲ੍ਹ ਜਿਹੜੇ ਫਾਰਮ ਨੇ, ਜਿੰਨੇ ਵੀ ਕੈਂਡੀਡੇਟਸ ਨੇ ਜਿਨ੍ਹਾਂ ਨੇ ਇਲੈਕਸ਼ਨ ਕੰਟੈਸਟ ਕਰਨੇ ਨੇ, ਉਹਨਾਂ ਦੇ ਵੱਲੋਂ ਫਾਰਮ ਫਿਲ ਕੀਤੇ ਜਾ ਰਹੇ ਨੇ। ਜਦ ਕਿ 21 ਤਾਰੀਖ ਨੂੰ ਫਾਰਮ ਹੈ ਜਿਹੜੇ ਵਾਪਸ ਲਏ ਜਾਣਗੇ ਔਰ 24 ਤਾਰੀਖ ਨੂੰ ਇਲੈਕਸ਼ਨ ਹੋਣੇ ਨੀਅਤ ਹੋਏ ਨੇ। ਤਾਜ਼ਾ ਤਸਵੀਰਾਂ ਕੀ ਨੇ ਆਓ ਵੇਖ ਲੈਂਦੇ ਹਾਂ। ਸੋ ਸਤਲੁਜ ਕਲੱਬ ਦੇ ਇਲੈਕਸ਼ਨ ਇੱਕ ਵਾਰ ਫਿਰ ਤੋਂ ਡੇਟ ਹੈ ਜਿਹੜੀ ਅਨਾਉਂਸ ਹੋ ਚੁੱਕੀ ਹੈ। 24 ਆਫ ਦਸੰਬਰ ਨੂੰ ਇਲੈਕਸ਼ਨ ਹੋਣ ਜਾ ਰਹੇ ਨੇ, ਜਦ ਕਿ ਵਿਡਰਾਅਲ ਹੈ ਜਿਹੜਾ 21 ਦਸੰਬਰ ਨੂੰ ਹੋਏਗਾ। ਹਾਲਾਂਕਿ ਅੱਜ ਔਰ ਕੱਲ੍ਹ 2 ਦਿਨ ਲਈ ਸਾਰੇ ਫਾਰਮ ਨੇ ਕੈਂਡੀਡੇਟਸ ਦੇ ਵੱਲੋਂ ਫਿਲ ਕੀਤੇ ਜਾ ਰਹੇ ਨੇ। ਇਸ ਦੌਰਾਨ ਕਪੂਰ ਸਾਹਿਬ ਸਾਡੇ ਨਾਲ ਜੁੜ ਚੁੱਕੇ ਨੇ। ਕਪੂਰ ਸਾਹਿਬ ਕਾਫੀ ਦੇਰ ਤੋਂ ਸਰਗਰਮ ਨੇ ਸਤਲੁਜ ਕਲੱਬ ਦੀ ਸਿਆਸਤ ਦੇ ਵਿੱਚ, ਕਈ ਸੋਸ਼ਲ ਆਰਗੇਨਾਈਜੇਸ਼ਨ ਨੂੰ ਰਿਪਰੈਜ਼ੈਂਟ ਕਰਦੇ ਨੇ। ਇਸ ਤੋਂ ਇਲਾਵਾ ਇੱਕ ਅੱਛੇ ਬਿਜ਼ਨਸਮੈਨ ਨੇ। ਕਪੂਰ ਸਾਹਿਬ, ਇਲੈਕਸ਼ਨ ਇਸ ਵਾਰ ਹੋਣ ਜਾ ਰਹੇ ਨੇ, ਕਿੱਦਾਂ ਦਾ ਨਜ਼ਰੀਆ ਇਸ ਵਾਰ ਇਲੈਕਸ਼ਨਸ ਦੇ ਵਿੱਚ? बड़ा उत्साह है सारे मैंबर मेरा भी एक सोच है सारे मैंबर की, मैं भी मैंबर हाँ। यही सोच है कि जी टीम है वो मतलब बेस्ट टीम आवे जी कि क्लब वास्ते। क्लब क्योंकि एक सारे मैंबर का सैकेंड होम है, दूजा घर है, तो घर नूं सवारन वास्ते आ जिहड़े इलैक्शनस हो रहे हैं, जिहड़ियां अलग अलग पोस्टां ने, ये जिम्मेवारियां ने एक अपने घर नूं चलाउण वास्ते। तो मैं यही मेरी एक शुभकामना ने या मेरी एक सोच है कि जी टीम आवे बड़ी वधिया आवे, आपस में बड़े जिहड़े विचार है मिलन वाली आवे, ताकि ਇੱਕੋ ਵਿਚਾਰ ਦੀ ਜੇ ਹੋਏਗੀ ਤਾਂ ਫਿਰ ਆਪਾਂ ਡਿਵੈਲਪਮੈਂਟ ਵਾਸਤੇ ਸੋਚਾਂਗੇ। ਜੇ ਅਲੱਗ-ਅਲੱਗ ਵਿਚਾਰ ਹੋਣਗੇ ਤਾਂ ਫਿਰ ਉਹ ਡਿਵੈਲਪਮੈਂਟ ਨਹੀਂ, ਉਹ ਕਿਸੇ ਹੋਰ ਹੀ ਕੰਮਾਂ 'ਚ ਫਸੇ ਰਹਿੰਦੇ ਆ। ਅਤੇ ਮੈਂ ਤਾਂ ਸਾਰੇ ਕਲੱਬ ਦੇ ਮੈਂਬਰਾਂ ਨੂੰ ਇਹੀ ਇੱਕ ਸੰਦੇਸ਼ ਦੇਣਾ ਚਾਹੁੰਦਾ ਕਿ ਬੈਸਟ ਟੀਮ ਲੈ ਕੇ ਆਓ ਤਾਕਿ ਇਹ ਜਿਹੜਾ ਸਾਡਾ ਬੈਸਟ ਕਲੱਬ ਹੈ, ਜਿਹੜਾ ਆਲਰੇਡੀ ਪ੍ਰੈਸਟੀਜੀਅਸ ਕਲੱਬ ਹੈ, ਪੰਜਾਬ 'ਚ 25 ਕਲੱਬ ਨੇ, ਰੈਂਕਿੰਗ 1 ਇਸ ਕਲੱਬ ਦੀ ਹੈ, ਇਹ ਮੇਨਟੇਨ ਰਵੇ, ਹੋਰ ਉੱਪਰ ਹੋਵੇ। ਇਹ ਮੇਰੀ ਇੱਕ ਸ਼ੁਭਕਾਮਨਾਵਾਂ ਨੇ। ਸਰ, ਕਲੱਬ ਦੇ ਬੇਸਿਕਲੀ ਜਿਹੜੀ ਕਮੇਟੀ ਚੁਣ ਕੇ ਆਉਂਦੀ ਹੈ ਉਹਨਾਂ ਦੇ ਕੰਮ ਕੀ ਹੁੰਦੇ ਨੇ? ਦੇਖੋ, ਕਮੇਟੀ ਜਿਹੜੀ ਹੈ, ਜਿਹੜੇ ਸਾਡੇ ਪ੍ਰੈਜ਼ੀਡੈਂਟ ਹੁੰਦੇ ਨੇ ਉਹ ਬਾਈ ਡਿਫਾਲਟ ਹੀ ਬਾਈ ਕੌਂਸਟੀਟਿਊਸ਼ਨ ਹੀ ਡਿਪਟੀ ਕਮਿਸ਼ਨਰ ਆਫ ਲੁਧਿਆਣਾ ਹੁੰਦੇ ਨੇ। ਪ੍ਰੈਜ਼ੀਡੈਂਟ ਦੇ ਚੁਣਾਵ ਨਹੀਂ ਹੁੰਦੇ ਕਿਉਂਕਿ ਡੀਸੀ ਸਾਹਿਬ ਹੀ ਹੁੰਦੇ ਨੇ। ਉਸ ਤੋਂ ਬਾਅਦ 8-10 ਪੋਸਟਾਂ ਹੈਗੀਆਂ ਨੇ, ਜਨਰਲ ਸੈਕਟਰੀ, ਉਸ ਤੋਂ ਬਾਅਦ ਵਾਈਸ ਪ੍ਰਧਾਨ ਜਾਂ ਜੁਆਇੰਟ ਸੈਕਟਰੀ, ਫਿਰ ਫਾਈਨਾਂਸ ਸੈਕਟਰੀ, ਬਾਰ ਸੈਕਟਰੀ, ਮੈਸ ਸੈਕਟਰੀ, ਸਪੋਰਟਸ ਸੈਕਟਰੀ, ਕਲਚਰ ਸੈਕਟਰੀ। ਆ ਜਿਹੜੇ ਮੈਂ ਸੈਕਟਰੀ ਅਲੱਗ-ਅਲੱਗ ਡਿਪਾਰਟਮੈਂਟ ਦੇ, ਫਾਈਨਾਂਸ ਵਾਲੇ ਫਾਈਨਾਂਸ ਦੇਖਦੇ ਨੇ, ਸਪੋਰਟਸ ਵਾਲੇ ਸਪੋਰਟਸ ਦੇਖਦੇ ਨੇ, ਮੈਸ ਵਾਲੇ ਬਾਰ ਵਾਲੇ, ਕਲਚਰ ਵਾਲੇ ਆਪਣੇ ਆਪਣੇ
ਏਰੀਆ ਦੇਖਦੇ ਨੇ। ਤੇ ਇਹੀ ਹੈ ਕਿ ਜੇ ਆਪਸ 'ਚ ਉਹਨਾਂ ਦੀ ਟਿਊਨਿੰਗ ਹੋਏਗੀ ਤੇ ਕਲੱਬ ਬੜਾ ਇੱਕ ਹੋਰ ਜ਼ਿਆਦਾ ਡਿਵੈਲਪ ਕਰੇਗਾ। ਤੇ ਇਹੀ ਮੇਰੀ ਇੱਕ ਸ਼ੁਭਕਾਮਨਾਵਾਂ ਨੇ ਜਾਂ ਮੇਰੀ ਇੱਕ ਸੋਚ ਹੈ। ਸਰ ਮਹਾਨਗਰ ਲੁਧਿਆਣਾ ਦਾ ਨਾ ਕੇਵਲ ਲੁਧਿਆਣਾ ਦਾ ਬਲਕਿ ਪੰਜਾਬ ਦਾ, ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ, ਵੱਡਾ ਕਲੱਬ ਹੈ। ਜਿਹੜੀ ਕਲੱਬ ਦੀ ਪੋਲਿਟਿਕਸ ਹੈ ਮਹਾਨਗਰ ਲੁਧਿਆਣਾ ਦੀ ਜਿਹੜੀ ਸੋਸ਼ਲ ਸਟਰਕਚਰ ਹੈ ਉਸ ਨੂੰ ਕਿਸ ਤਰ੍ਹਾਂ ਅਫੈਕਟ ਕਰਦੀ ਹੈ? ਦੇਖੋ, ਇੱਕ ਕਲੱਬ ਦੀ ਪੋਲਿਟਿਕਸ ਦੂਜੀ ਜਿਹੜੀ ਹੈ ਪੋਲੀਟੀਕਲ ਪਾਰਟੀਆਂ ਦੀ ਪੋਲਿਟਿਕਸ ਹੈ ਉਸ ਨਾਲ ਮੇਲ ਨਹੀਂ ਖਾਂਦੀ। ਆ ਜਿਹੜੀ ਆਪਾਂ ਪੋਲਿਟਿਕਸ ਜਿਹੜੀ ਮਾਈਂਡ 'ਚ ਜਾਂਦੇ ਆ ਉਹ ਕਲੱਬ ਦੇ ਗੇਟ ਤੋਂ ਬਾਹਰ ਹੈ। ਜਿੱਦਾਂ ਮੈਂ ਪਹਿਲਾਂ ਦੱਸਿਆ, ਕਲੱਬ ਮੈਂਬਰਾਂ ਦਾ ਸੈਕੰਡ ਹੋਮ ਹੈ। ਘਰ ਵਿੱਚ ਕੋਈ ਰਾਜਨੀਤੀ ਨਹੀਂ ਹੁੰਦੀ, ਘਰ ਵਿੱਚ ਜ਼ਿੰਮੇਵਾਰੀਆਂ ਹੁੰਦੀਆਂ ਨੇ। ਫਾਈਨਾਂਸ ਦੀ ਜ਼ਿੰਮੇਵਾਰੀ ਇਹਨਾਂ ਨੂੰ ਦੇ ਦਿੱਤੀ, ਸਪੋਰਟਸ ਦੀ ਇਹਨਾਂ ਨੂੰ, ਕਿਉਂਕਿ ਕੱਲ੍ਹ ਨੂੰ ਅਸੀਂ ਮੈਂਬਰਾਂ ਵਾਸਤੇ ਫੈਸਿਲਿਟੀਆਂ ਨੇ, ਇਹ ਸੈਕੰਡ ਹੋਮ ਹੈ। ਉਹਦੇ ਵਿੱਚ ਜੇ ਸਪੋਰਟਸ ਵਿੱਚ ਕੋਈ ਮੈਂਬਰਾਂ ਦੀ ਡਿਮਾਂਡ ਹੈ ਤਾਂ ਉਹ ਕੌਣ ਪੂਰੀ ਕਰੇਗਾ? ਆਪਣਾ ਰਿਪਰੈਜ਼ੈਂਟੇਟਿਵ ਹੀ ਕਰੇਗਾ ਨਾ। ਕੱਲ੍ਹ ਨੂੰ ਕਲਚਰ ਪ੍ਰੋਗਰਾਮ ਨੇ, ਅਸੀਂ ਸਾਰੇ ਮੈਂਬਰ ਕਹਿੰਦੇ ਆ ਵੀ ਇਹ ਕਲਚਰ ਪ੍ਰੋਗਰਾਮ ਆਪਾਂ ਪੰਜਾਬੀਅਤ ਨੂੰ ਬੜਾਵਾ ਦੇਣਾ, ਜਾਂ ਜੋ ਕੌਣ ਕਰੇਗਾ, ਡਿਸੀਜਨ ਕੌਣ ਲਏਗਾ? ਅਸੀਂ ਆਪ ਹੀ ਆਪਣਾ ਨੁਮਾਇੰਦਾ ਚੁਣਦੇ ਹਾਂ, ਆ ਕਰੇਗਾ। ਕੱਲ੍ਹ ਨੂੰ ਰੈਸਟੋਰੈਂਟ ਹੈ, ਬਾਰ ਹੈ, ਫਾਈਨਾਂਸ ਹੈ, ਕੌਣ ਦੇਖੇਗਾ? ਅਸੀਂ ਇਹ ਜ਼ਿੰਮੇਵਾਰੀਆਂ ਇਸ ਇਲੈਕਸ਼ਨ 'ਚ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਪਰਿਵਾਰ ਚਲਾਉਣ ਵਾਸਤੇ ਦਿੰਦੇ ਹਾਂ। ਸਰ ਇਸ ਵਾਰ ਤੁਹਾਡੇ ਵੱਲੋਂ ਕਿਹੜੀ ਪੋਸਟ ਦੀ ਤਿਆਰੀ ਕੀਤੀ ਜਾ ਰਹੀ ਹੈ? ਮੈਂ ਜਨਰਲ ਸੈਕਟਰੀ ਦੀ ਤਿਆਰੀ ਕਰ ਰਿਹਾ ਜੀ। ਮੈਂ 3 ਵਾਰੀ ਪਦਾਧਿਕਾਰੀ ਰਹਿ ਚੁੱਕਾ। ਮੈਂ 2006 ਤੋਂ 8 ਸਭ ਤੋਂ ਜਿਹੜੀ ਲੋਐਸਟ ਪੋਸਟ ਹੁੰਦੀ ਹੈ ਐਗਜ਼ੀਕਿਊਟਿਵ ਮੈਂਬਰ, ਮੈਂ ਉਹ ਇਲੈਕਸ਼ਨ ਲੜੇ ਸੀ, ਮੈਂ ਜਿੱਤਿਆ ਸੀ। 2006 ਤੋਂ 8 ਮੈਂ ਐਗਜ਼ੈਕਟਿਵ ਮੈਂਬਰ ਰਿਹਾ। ਫਿਰ 2 ਵਾਰੀ ਮੈਂ ਬਾਰ ਸੈਕਟਰੀ ਰਿਹਾ, 2012 ਤੋਂ 14 ਤੇ ਫਿਰ 14 ਤੋਂ 16। ਆ ਮੇਰੀ ਚੌਥੀ ਕੌਂਸਟੀਟਿਊਸ਼ਨ ਦੇ ਹਿਸਾਬ ਨਾਲ 4 ਵਾਰੀ ਹੀ ਤੁਸੀਂ ਪਦਾਧਿਕਾਰੀ ਰਹਿ ਸਕਦੇ ਹੋ। ਤੇ ਜੇ ਮੈਨੂੰ ਪਿਆਰ ਮਿਲਦਾ ਮੈਂਬਰਾਂ ਦਾ, ਜੇ ਮੈਂ ਜਿੱਤ ਜਾਣਾ ਤਾਂ ਫਿਰ ਇਹ ਮੇਰੀ ਲਾਸਟ ਟਰਮ ਹੋਏਗੀ। ਤੇ ਮੈਂ ਇਸ ਕਰਕੇ ਜਨਰਲ ਸੈਕਟਰੀ ਜਿਹੜੀ ਹਾਈਐਸਟ ਪੋਸਟ ਹੈ ਉਹਦੀ ਤਿਆਰੀ ਕਰ ਰਿਹਾ। ਉਮੀਦ ਹੈ ਤੁਸੀਂ ਅੱਛੀ ਖਾਸੀ ਲੀਡ ਦੇ ਨਾਲ ਜਿੱਤ ਕੇ ਆਵੋਗੇ। ਸਰ ਕਿਹੜੇ ਕੰਮ ਨੇ ਜਿਹੜੇ ਤੁਹਾਡੀ ਨਜ਼ਰ ਦੇ ਵਿੱਚ ਨੇ ਤੇ ਤੁਸੀਂ ਆ ਕੇ ਕਰੋਗੇ? ਇਹ ਮੇਰੀ ਨਜ਼ਰ ਨਹੀਂ ਜੀ, ਇਹ ਸਾਡੇ ਮੈਂਬਰਸ ਦੀ ਡਿਮਾਂਡ ਜਿਹੜੀ ਹੈ ਬੜੀ ਦੇਰ ਤੋਂ ਚੱਲੀ ਆ ਰਹੀ ਹੈ ਕਿ ਆ ਹੁਣ ਤੁਸੀਂ ਪਾਰਕਿੰਗ ਦੇਖ ਰਹੇ ਹੋ, ਇਹ ਫੁੱਲ ਹੈ। ਬਾਹਰ ਲੋਕਾਂ ਦੇ ਘਰਾਂ ਦੇ ਅੱਗੇ ਗੱਡੀਆਂ ਲਾਈਆਂ ਨੇ। ਇੱਕ ਬੜੀ ਪੁਰਾਣੀ ਡਿਮਾਂਡ ਹੈ ਕਿ ਮਲਟੀ ਸਟੋਰੀ ਪਾਰਕਿੰਗ ਹੋਣੀ ਚਾਹੀਦੀ ਹੈ। ਬੜੀ ਪੁਰਾਣੀ ਡਿਮਾਂਡ ਹੈ ਕਿ ਜਿਹੜਾ ਸਵਿਮਿੰਗ ਪੂਲ ਹੈ ਸਰਦੀਆਂ 'ਚ 6 ਮਹੀਨੇ ਬੰਦ ਰਹਿੰਦਾ, ਉਹ ਆਲ ਵੈਦਰ ਹੋਣਾ ਚਾਹੀਦਾ, ਤਾਂ ਕਿ ਬੰਦ ਕਿਉਂ ਹੈਗਾ ਤੇ ਉਹ ਯੂਜ਼ ਹੋਵੇ। ਆ ਲੌਨ ਟੈਨਿਸ ਹੈ, ਉਹ ਓਪਨ 'ਚ ਹੈ। ਜਦੋਂ ਬਹੁਤ ਸਰਦੀ ਆ ਜਾਂਦੀ ਹੈ, ਬਹੁਤ ਗਰਮੀ ਆ ਜਾਂਦੀ ਹੈ, ਓਪਨ 'ਚ ਨਹੀਂ ਖੇਲਿਆ ਜਾਂਦਾ, ਉਹ ਕਵਰਡ ਹੋਣਾ ਚਾਹੀਦਾ। ਇਹ ਬੇਸਿਕ ਏਜੰਡੇ 'ਚ ਨੇ। ਉਸ ਤੋਂ ਬਾਅਦ ਜਿਵੇਂ ਜਿਵੇਂ ਮੈਂਬਰਾਂ ਦੀ ਸੁਜੈਸ਼ਨਸ ਆਉਣਗੀਆਂ ਉਹਦੇ ਉੱਪਰ ਰਿਵਿਊ ਕਰਕੇ ਉਹਨਾਂ ਨੂੰ ਇੰਪਲੀਮੈਂਟ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ। ਸਰ ਫਾਈਨਲ ਕੁਐਸਚਨ, ਸਤਲੁਜ ਕਲੱਬ ਦੇ ਮੈਂਬਰਸ ਨੂੰ, ਤੁਹਾਡੇ ਵੋਟਰਸ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ? ਵਰਕਿੰਗ ਟੂਗੈਦਰ ਵਰਕਸ, ਮਿਲ ਕੇ ਰਹੋ, ਇਹੀ ਮੈਸੇਜ ਹੈ ਮੇਰਾ। ਸੋ ਮਿਲ ਕੇ ਰਹਿਣ ਦਾ ਸੰਦੇਸ਼ ਹੈ ਜਿਹੜਾ ਕਪੂਰ ਸਾਹਿਬ ਦੇ ਵੱਲੋਂ ਦਿੱਤਾ ਗਿਆ। ਹਾਲਾਂਕਿ ਇੱਕ ਨਜ਼ਰ ਤੁਹਾਡੀ ਇੱਧਰ ਲਿਜਾਣੀ ਚਾਹਾਂਗਾ। ਸਤਲੁਜ ਕਲੱਬ ਆਲ ਦਾ ਬੈਸਟ ਟੂ ਆਲ ਦਾ ਕੈਂਡੀਡੇਟਸ, ਔਰ ਇੱਥੇ ਬਕਾਇਦਾ ਸਾਰਾ ਟਾਈਮ ਚਾਰਟ ਤੁਸੀਂ ਦੇਖ ਸਕਦੇ ਹੋ। 19 ਔਰ 20 ਦਸੰਬਰ ਨੂੰ ਹੈ ਜਿਹੜੀ ਰਿਸੀਪਟ ਆਫ ਨੋਮੀਨੇਸ਼ਨ ਪੇਪਰਸ ਹੈ। ਦੈਨ ਉਸ ਤੋਂ ਬਾਅਦ 20 ਦਸੰਬਰ ਨੂੰ ਵੀ ਨੋਮੀਨੇਸ਼ਨ ਪੇਪਰ ਹੈ ਜਿਹੜੇ ਇੱਥੇ ਫਿਲ ਕੀਤੇ ਜਾਣਗੇ। ਲਿਸਟ ਆਫ ਵੈਲਿਡ ਨੋਮੀਨੇਸ਼ਨਸ ਟੂ ਬੀ ਡਿਸਪਲੇਡ ਔਨ 20th। ਸੋ ਵਿਡਰਾਅਲ ਹੈਗਾ 21 ਤਾਰੀਖ ਦਾ। ਦੈਨ 21 ਤਾਰੀਖ ਤੋਂ ਬਾਅਦ ਜਿਹੜੀ 24 ਤਾਰੀਖ ਦੀ ਹੈ ਜਿਹੜੀ ਇੱਥੇ ਇਲੈਕਸ਼ਨ ਹੋਏਗੀ, ਔਰ ਉਸ ਤੋਂ ਬਾਅਦ 9 ਤੋਂ ਲੈ ਕੇ 5 ਵਜੇ ਤੱਕ ਜਿਹੜੀ ਪੋਲਿੰਗ ਹੋਣੀ ਹੈ, ਔਰ 24 ਸ਼ਾਮ ਤੱਕ ਸਤਲੁਜ ਕਲੱਬ ਦੀ ਨਵੀਂ ਟੀਮ ਹੈ ਜਿਹੜੀ ਚੁਣ ਲਿੱਤੀ ਜਾਵੇਗੀ। ਹਾਲਾਂਕਿ ਇੱਕ ਤਸਵੀਰ ਇੱਧਰ ਦੀ ਜਿਹੜੀ ਮੌਜੂਦਾ ਟੀਮ ਹੈ ਉਹਦੇ ਵੱਲ ਵੀ ਤੁਹਾਡੀ ਨਜ਼ਰ ਲੈ ਕੇ ਜਾਣਾ ਚਾਹਾਂਗਾ। ਦੀ ਸਤਲੁਜ ਕਲੱਬ ਐਗਜ਼ੈਕਟਿਵ ਕਮੇਟੀ ਹੈ ਜਿਹੜੀ 2020-22 ਦੀ ਮੈਡਮ ਸੁਰਭੀ ਮਲਿਕ ਜੋ ਕਿ ਡਿਪਟੀ ਕਮਿਸ਼ਨਰ IAS ਪ੍ਰੈਜ਼ੀਡੈਂਟ ਨੇ, ਜਿਸ ਤਰ੍ਹਾਂ ਕਪੂਰ ਸਾਹਿਬ ਨੇ ਦੱਸਿਆ ਕਿ ਬਾਈ ਡਿਫਾਲਟ ਸਤਲੁਜ ਕਲੱਬ ਦੇ ਵਿੱਚ ਜਿਹੜੇ ਪ੍ਰਧਾਨ ਹੁੰਦੇ ਨੇ ਉਹ ਜ਼ਿਲ੍ਹੇ ਦੇ DC ਹੁੰਦੇ ਨੇ। ਦੈਨ ਵੀ ਹੈਵ ਜਤਿੰਦਰ ਮਰਵਾਹਾ ਜੋ ਕਿ ਵਾਈਸ ਪ੍ਰੈਜ਼ੀਡੈਂਟ ਨੇ, ਸੰਜੀਵ ਟਾਂਡਾ ਜਨਰਲ ਸੈਕਟਰੀ, ਗੁਰਮੀਤ ਸਿੰਘ ਜੁਆਇੰਟ ਸੈਕਟਰੀ, ਦੈਨ KPS ਵਾਲੀਆ फाइनेंस सेक्रेटरी, अनिल गोयल स्पोर्ट्स सेक्रेटरी, सचिन कपूर बार सेक्रेटरी, मनिंदर बेदी ने मैथ सेक्रेटरी ने, दैन कल्चरल सेक्रेटरी रतनदीप सिंह ने, और उस तो बाद श्रीमती गिन्नी बाबा मौदगिल एग्जैक्टिव मैंबर, सुबोध बातिश एग्जैक्टिव मैंबर, दैन फाइनली डॉक्टर अरुण तवन
ਐਗਜ਼ੈਕਟਿਵ ਮੈਂਬਰ ਜੋ ਕਿ ਮੌਜੂਦਾ ਟੀਮ ਹੈ ਉਸ ਟੀਮ ਦੇ ਸਾਰੇ ਮੈਂਬਰ ਨੇ ਔਰ 24 ਤਰੀਕ ਨੂੰ ਇਸ ਬੋਰਡ ਦੇ ਉੱਤੇ ਨਾਮ ਹੈ ਜਿਹੜੇ ਚੇਂਜ ਹੋਣ ਦੀ ਉਮੀਦ ਹੈ। ਹਾਲਾਂਕਿ ਵੇਖਣਾ ਹੋਵੇਗਾ ਕਿ ਕਿਹੜੀ ਨਵੀਂ ਟੀਮ ਹੈ ਜਿਹੜੀ ਚੁਣ ਕੇ ਆਂਦੀ ਹੈ। ਸੋ ਅੱਜ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਕਿ ਸਤਲੁਜ ਕਲੱਬ ਦੇ ਇਲੈਕਸ਼ਨਸ ਨੂੰ ਲੈ ਕੇ ਨੋਮੀਨੇਸ਼ਨ ਪੇਪਰ ਫਾਈਲ ਕੀਤੇ ਜਾ ਰਹੇ ਨੇ। ਸਤਲੁਜ ਕਲੱਬ ਦੇ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਇਲੈਕਸ਼ਨ ਹੋਣੇ ਨਿਯਤ ਹੋ ਚੁੱਕੇ ਨੇ। 24 ਦਸੰਬਰ ਨੂੰ ਹੈ ਜਿਹੜੀ VOTING ਹੋਣ ਜਾ ਰਹੀ ਹੈ ਸਤਲੁਜ ਕਲੱਬ ਦੇ ਵਿੱਚ। ਇਸ ਦੌਰਾਨ ਇੱਕ ਯੰਗੈਸਟ ਫੇਸ ਨੂੰ ਤੁਹਾਨੂੰ ਮਿਲਾਨ ਜਾ ਰਹੇ ਹਾਂ। ਮੈਂ ਗੱਲ ਕਰ ਰਿਹਾ ਅਰਜੁਨ ਢਾਂਡਾ ਦੀ ਜੋ ਕਿ ਇਸ ਵਾਰ ਕਲਚਰਲ ਸੈਕਟਰੀ ਦੀ ਪੋਸਟ ਦੇ ਲਈ ਕੰਟੈਸਟ ਕਰਨ ਜਾ ਰਹੇ ਨੇ ਔਰ ਕਲੱਬ ਦਾ ਯੰਗੈਸਟ ਫੇਸ ਵੀ ਮੰਨੇ ਜਾ ਰਹੇ ਨੇ। ਢਾਂਡਾ ਸਾਹਿਬ ਕੀ ਕਹਿਣਾ ਚਾਹੋਗੇ, ਕਿਸ ਤਰ੍ਹਾਂ ਇੱਕਦਮ ਪਲਾਨ ਹੋ ਗਿਆ ਤੁਹਾਡਾ ਕਿ ਤੁਸੀਂ ਵੀ ਕਲਚਰਲ ਸੈਕਟਰੀ ਦੀ ਪੋਸਟ ਦੇ ਲਈ ਕੰਟੈਸਟ ਕਰਨਾ ਚਾਹੁੰਦੇ ਹੋ? ਸਰ ਪਲੈਨਿੰਗ ਤਾਂ ਸੀਗੀ ਕਾਫੀ ਦੇਰ ਦੀ, ਤੇ ਆਪਣਾ ਕਲੱਬ ਦਾ ਫਿਰ ਜਿੱਦਾਂ ਕਲਚਰ ਦੇਖ ਰਹੇ ਆ ਜਿੰਨੇ ਵੀ ਲੋਕ ਆਉਂਦੇ ਆ ਸਾਰੇ ਹੀ ਥੋੜੇ 올ਡ ਏਜ ਜਾਂ ਹਾਇਰ 50s ਆਉਂਦੇ ਆ। ਤੇ ਮੈਂ ਚਾਹੁੰਦਾ ਸੀਗਾ ਕਿ ਕਲੱਬ ਦੇ ਵਿੱਚ ਜਿਹੜੀ ਯੂਥ ਦੀ ਕਮੀ ਹੈ ਉਹਦਾ ਜਾਂ ਤਾਂ ਫੇਸ ਬਣ ਕੇ ਆਈਏ ਤੇ ਉਹਨਾਂ ਨੂੰ ਮੇਕ ਸ਼ੋਰ ਕਰੀਏ ਕਿ ਉਹਨਾਂ ਨੂੰ ਵੀ ਕੇਟਰ ਕਰੀਏ, ਤੇ ਉਸੇ ਕਾਰਨ ਮੈਂ ਐਜ਼ ਅ ਫੇਸ ਆਫ ਯੂਥ ਬਣਨਾ ਚਾਹੁੰਦਾ ਜੀ। ਅੱਛਾ, ਤੁਹਾਡੇ ਪਾਪਾ ਵੀ ਕਾਫੀ ਦੇਰ ਤੋਂ ਕਲੱਬ ਪੋਲਿਟਿਕਸ ਦੇ ਵਿੱਚ ਸਰਗਰਮ ਨੇ। ਕਿੱਦਾਂ ਦੇ ਕੰਮ ਨੇ ਜਿਹੜੇ ਤੁਸੀਂ ਦੇਖ ਰਹੇ ਹੋ ਕਿ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਯੰਗ ਜਿਹੜੇ ਮੈਂਬਰਸ ਦੇ ਲਈ ਕੰਮ ਕੀਤੇ ਜਾਣੇ ਚਾਹੀਦੇ ਨੇ ਜਦ ਕਿ ਜ਼ਿਆਦਾਤਰ ਜਿਹੜੀ ਸਟਰੈਂਥ ਹੈ ਉਹ 50 ਹੈਗੀ ਹੈ। ਕਿਸ ਤਰ੍ਹਾਂ ਦੇ ਕੰਮ ਤੁਸੀਂ ਵੇਖ ਰਹੇ ਹੋ ਕਿ ਜਿਹੜੇ ਯੂਥ ਨੂੰ ਅਟਰੈਕਟ ਕਰਨਗੇ? ਸਰ ਆਪਾਂ ਜੇ ਦੇਖੀਏ ਤਾਂ ਬੇਸਿਕਲੀ ਮੇਨ ਮਨੀ ਸਪੈਂਡਰਸ ਜੇ ਤੁਸੀਂ ਕਹੋ ਤਾਂ ਸਾਡੀ ਜਨਰੇਸ਼ਨ ਸਪੈਂਡਸ ਮੋਰ ਦੈਨ ਦ 올ਡਰ ਜਨਰੇਸ਼ਨ। ਤਾਂ ਮੈਂ ਚਾਹਤਾ ਹੂੰ ਕਿ ਜੇ ਆਪਾਂ ਬਾਹਰ ਜਾ ਕੇ ਕਿਤੇ ਖਰਚੀਦਾ ਹੈ ਜਾਂ ਸਾਡਾ ਉੱਥੇ ਵੀ ਕਾਫੀ ਜ਼ਿਆਦਾ ਬਿੱਲ ਵਗੈਰਾ ਬਣ ਜਾਂਦਾ ਹੈ ਤੇ ਆਪਾਂ ਉਹ ਕਲੱਬ 'ਚ ਕਿਉਂ ਨਹੀਂ ਕਰ ਸਕਦੇ। ਕਲੱਬ 'ਚ ਇੱਦਾਂ ਦੀਆਂ ਚੀਜ਼ਾਂ ਹੋਣ ਜਿਹਦੇ ਕਾਰਨ ਸਾਰਾ ਯੂਥ ਵੀ ਅਟਰੈਕਟ ਹੋਵੇ, ਸਾਰੇ ਆਣ। ਤੇ ਮੇਰੇ ਆਪਣੇ ਦੋਸਤ ਹੈਗੇ, ਮੈਂ ਆਪਣੇ ਪਾਪਾ ਦੇ ਜਨਰਲ ਸੈਕਟਰੀ ਹੋਣ ਦੇ ਬਾਵਜੂਦ ਮੇਰੇ ਹਿਸਾਬ ਨਾਲ ਪਤਾ ਨਹੀਂ ਕਿੰਨੀ ਦੇਰ ਨਹੀਂ ਆਉਂਦਾ ਰਿਹਾ, ਜਦਕਿ ਮੈਂ ਬਚਪਨ 'ਚ ਪੂਰਾ ਟਾਈਮ ਇੱਥੇ ਸਮਰ ਕੈਂਪ 'ਚ ਗੁਜ਼ਾਰਿਆ। ਮੇਰੇ ਜਿੰਨੇ ਵੀ ਦੋਸਤ ਹੈ ਉਹ ਸਾਰੇ ਇਸ ਗੱਲ ਦੇ ਗਵਾਹ ਨੇ ਕਿ ਅਸੀਂ ਸਾਡੇ ਘਰ ਵਾਲੇ ਸਵੇਰੇ ਛੱਡ ਕੇ ਜਾਂਦੇ ਸੀ ਤੇ ਰਾਤ ਨੂੰ ਲੈਣ ਆਉਂਦੇ ਸੀ। ਕਲੱਬ ਹੈਗੀ ਸੇਫ ਜਗ੍ਹਾ, ਸਾਰਿਆਂ ਨੂੰ ਪਤਾ ਹੈ ਸੇਫ ਹੈ। ਤੇ ਮੈਂ ਚਾਹੁੰਦਾ ਕਿ ਵਾਪਸ ਇੱਥੇ ਜਿੰਨੇ ਸਾਰੇ ਅਸੀਂ ਸਾਰਿਆਂ ਨੇ ਟਾਈਮ ਗੁਜ਼ਾਰਿਆ ਉਹ ਵਾਪਸ ਆਣ ਤੇ ਇੱਥੇ ਆ ਕੇ ਟਾਈਮ ਸਪੈਂਡ ਕਰਨ। ਕੀ ਮੈਸੇਜ ਦੇਣਾ ਚਾਹੋਗੇ ਜਿਹੜੇ ਮੈਂਬਰਸ ਤੁਹਾਨੂੰ ਦੇਖ ਰਹੇ ਆ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ? वोट फॉर चेंज, यूथ को प्रमोट करना चाहिए एंड आई फील इफ आई एम द फेस ऑफ इट देन आई शुड बी। ਕਿਸ ਤਰ੍ਹਾਂ ਦੇਖ ਰਹੇ ਹੋ ਕਲੱਬ ਪੋਲਿਟਿਕਸ ਨੂੰ, ਕਿਸ ਤਰ੍ਹਾਂ ਦੇਖ ਰਹੇ ਹੋ? ਮਤਲਬ ਪੋਲਿਟਿਕਸ ਵਿੱਚ ਹੁਣ ਯੂਥ ਦੀ ਲੋੜ ਹੈ ਤੇ ਭਰਾ ਸਾਡਾ ਖੜਾ ਹੋਇਆ ਹੈ ਯੂਥ ਨੂੰ ਰਿਪਰੈਜ਼ੈਂਟ ਕਰਾ। ਭਰਾ ਨੂੰ ਸਪੋਰਟ ਕਰੋ ਸਾਰੇ ਤੇ ਯੂਥ ਨੂੰ ਅੱਗੇ ਲਾਓ। ਥੈਂਕ ਯੂ। ਤੁਸੀਂ ਦੇਖ ਸਕਦੇ ਹੋ ਇਸ ਵੇਲੇ ਅਸੀਂ ਮੌਜੂਦ ਹਾਂ ਸਤਲੁਜ ਕਲੱਬ ਦੇ ਵਿੱਚ ਔਰ ਇਲੈਕਸ਼ਨ ਨੇ ਅਨਾਉਂਸ ਹੋ ਚੁੱਕੇ ਨੇ। ਸਾਡੇ ਨਾਲ ਕੁਝ ਵੋਟਰ ਵੀ ਮੌਜੂਦ ਨੇ, ਮੈਂਬਰਸ ਨੇ ਕਲੱਬ ਦੇ। ਸਰ ਐਜ਼ ਏ ਮੈਂਬਰ, ਐਜ਼ ਏ ਵੋਟਰ, ਕਿਸ ਤਰ੍ਹਾਂ ਦੀ ਜਿਹੜੀ ਫੈਸਿਲਿਟੀਜ਼ ਹੈ ਕਲੱਬ ਦੇ ਵਿੱਚ ਤੁਸੀਂ ਵੇਖ ਰਹੇ ਹੋ ਹੋਣੀਆਂ ਚਾਹੀਦੀਆਂ ਨੇ? ਕਲੱਬ ਦੇ ਫੈਸਿਲਿਟੀ ਸਭ ਤਰ੍ਹਾਂ ਦੀ ਹੈਗੀ ਹੈ, ਬਾਕੀ ਜੋ ਨਵੀਂ ਟੀਮ ਆਊਗੀ ਹੋਰ ਸੁਧਾਰੂਗੀ। ਕਮੀ ਕਿਸੇ ਚੀਜ਼ ਦੀ ਨਹੀਂ ਹੈ ਕਲੱਬ 'ਚ, ਹਰ ਫੈਸਿਲਿਟੀ ਹੈਗੀ ਹੈ। ਖਾਣੇ ਦੀ ਜਗ੍ਹਾ ਖਾਣਾ ਹੈ, ਬਾਰ ਵਧੀਆ ਹੈ, ਜਿਮ ਵਧੀਆ ਹੈ, ਸਪਾ ਵਾਲਾ ਵੀ ਵਧੀਆ ਹੈ, ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈ ਔਰ ਵਧੀਆ ਚਲਾਉਂਦਾ ਹੈ। ਇਸ ਵਾਰ ਕਿਹੜੇ ਮੁੱਦੇ ਸਰਗਰਮ ਲੱਗਦੇ ਨੇ ਸਿਆਸਤ ਦੇ, ਜਿਹੜੀ ਸਤਲੁਜ ਕਲੱਬ ਦੀ ਸਿਆਸਤ ਹੈ ਉਹਦੇ ਵਿੱਚ? ਨਹੀਂ, ਸਿਆਸਤ ਤਾਂ ਕੋਈ ਨਹੀਂ ਹੈ ਇੱਥੇ, ਸਿਆਸਤ ਕਿਸੇ ਵੀ ਤਰ੍ਹਾਂ ਦੀ ਨਹੀਂ ਹੈ। ਸਭ ਵਧੀਆ ਆਪਣਾ ਡਿਊਟੀ ਪੂਰੀ ਕਰ ਰਹੇ, ਹਰ ਆਦਮੀ, ਹਰ ਕੈਂਡੀਡੇਟ ਮੈਂਬਰ ਵੀ ਵਧੀਆ ਹੈਗੇ, ਸਾਰੇ ਅੱਛੇ। ਲੁਧਿਆਣਾ ਦੇ ਕਰੀਮ ਹੈਗੀ ਹੈ ਸਾਰੀ। ਸਰ ਕੀ ਕਹਿਣਾ ਚਾਹੋਗੇ ਜਿਹੜੀ ਨਵੀਂ ਕਮੇਟੀ ਚੁਣ ਕੇ ਆਏਗੀ ਉਹਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਨਵੀਂ ਕਮੇਟੀ ਜਿਹੜੀ ਆਊਗੀ ਉਹ ਪੁਰਾਣੀ ਕਮੇਟੀ ਨਾਲੋਂ ਅੱਛਾ ਕਰਕੇ ਦਿਖਾਊਗੀ, ਫੇਰ ਹੀ ਮੈਂਬਰਸ ਨੂੰ ਫਾਇਦਾ ਹੈ। ਪਲੱਸ ਜਿਹੜੀਆਂ ਕਮੀਆਂ ਹੈਗੀਆਂ ਉਹਨਾਂ ਨੂੰ ਦੂਰ ਕਰੂਗੀ। ਜਿਵੇਂ ਸਾਡੀ ਡਿਮਾਂਡ ਹੈਗੀ ਵੀ ਆਲ ਵੈਦਰ ਪੂਲ ਬਣਾਉਣਾ ਹੈ ਤੇ ਸਪਾ ਦੀ ਵੀ ਮੇਨਟੇਨੈਂਸ ਦੁਆਰਾ ਹੋਣ ਵਾਲੀ ਹੈ। ਤੇ ਇੱਥੇ ਬੈਂਕਟ ਹਾਲ ਕੋਈ ਹੈ ਹੀ ਨਹੀਂ, ਜਿਹੜੇ ਕਿ ਲੋਧੀ ਕਲਾਸ 'ਚ 4 ਬੈਂਕਟ ਹਾਲ ਹੈਗੇ ਹੈ, ਇੱਥੇ ਇੱਕ ਵੀ ਨਹੀਂ ਹੈਗਾ। ਮੈਂਬਰਸ ਨੇ ਕੋਈ ਪਾਰਟੀ ਕਰਨੀ, ਕੁਛ ਕਰਨਾ, ਕੋਈ ਗੈਟ ਟੂਗੈਦਰ ਕਰਨੀ, ਉਹ ਇੱਦਾਂ ਦੀਆਂ ਜਿਹੜੀਆਂ ਫੈਸਿਲਿਟੀਜ਼ ਹੈ ਇੱਥੇ ਹੋਣੀਆਂ ਚਾਹੀਦੀਆਂ। ਤੇ ਬਾਹਰ ਦੀ ਰੈਨੋਵੇਸ਼ਨ ਸਾਰੀ ਹੋਣ ਵਾਲੀ ਹੈ। ਬਾਹਰ ਬਿਲਕੁਲ ਹੀ ਟੁੱਟੀ ਭੱਜੀ ਪਈ ਹੈ, ਚੂਹੇ ਦੌੜ ਰਹੇ ਆ ਵਿੱਚ, ਤੇ ਕਿਚਨ 'ਚ ਚੱਲ ਜਾਓ ਉੱਥੇ ਵੀ ਚੂਹੇ ਦੌੜ ਰਹੇ ਆ। ਹਾਂ, ਇੱਦਾਂ ਦੀਆਂ ਕਮੀਆਂ ਹੈਗੀਆਂ ਇੱਥੇ ਸਾਡੇ ਕਲੱਬ 'ਚ ਬਹੁਤ ਜ਼ਿਆਦਾ, ਜਿਹੜੀਆਂ ਕਿ ਬਹੁਤ ਇੱਕ ਕਹਿੰਦੇ ਪ੍ਰੈਸਟੀਜੀਅਸ ਕਲੱਬ ਹੈ। ਤੇ ਥੋੜ੍ਹਾ ਵੀ ਰੈਸਟੋਰੈਂਟ 'ਚ ਚੂਹੇ ਦੌੜਨ ਜਾਂ ਬਾਰ ਦੇ ਵਿੱਚ ਚੂਹੇ ਦੌੜਨ ਤੇ ਕਿਹੜੇ ਪਾਸਿਓਂ ਹਾਈਜੈਨਿਕ ਕਲੱਬ ਹੈ, ਇਹ ਬਹੁਤ ਜ਼ਿਆਦਾ ਕਮੀ ਹੈ ਇੱਥੇ। ਸੋ ਤੁਸੀਂ ਦੇਖ ਸਕਦੇ ਹੋ ਕਲੱਬ ਮੈਂਬਰਸ ਨੇ। ਕੀ ਸ਼ੁਭ ਨਾਮ ਕੀ ਹੈ ਸਰ ਤੁਹਾਡਾ? ਮੇਰਾ ਨਾਮ ਸੁਨੀਲ ਧੀਰ ਹੈ ਜੀ, ਮੈਂਬਰਸ਼ਿਪ ਨੰਬਰ 2122। ਕਿੰਨੇ ਸਾਲਾਂ ਤੋਂ ਮੈਂਬਰ ਹੋ ਤੁਸੀਂ? ਮੈਂ 35 ਸਾਲ ਤੋਂ ਮੈਂਬਰ ਹਾਂ।
ਸੋ 35 ਸਾਲ ਤੋਂ ਧੀਰ ਸਾਹਿਬ ਮੈਂਬਰ ਨੇ ਔਰ ਇਹਨਾਂ ਦੇ ਵੱਲੋਂ ਵੱਡੇ ਸਵਾਲ ਨੇ ਜਿਹੜੇ ਕਲੱਬ ਦੇ ਸਿਆਸਤ ਨੂੰ ਫੈਸਿਲਿਟੀਜ਼ ਨੂੰ ਲੈ ਕੇ ਚੱਕੇ ਗਏ ਨੇ। ਹਾਲਾਂਕਿ ਹੋਰ ਕੈਂਡੀਡੇਟਸ ਔਰ ਸਪੋਰਟਰਸ ਦੇ ਕੋਲੇ ਚੱਲਦੇ ਆ, ਇਨਫੈਕਟ ਵੋਟਰਸ ਕੋਲ ਵੀ ਚੱਲਦੇ ਆ ਔਰ ਜਾਣਕਾਰੀ ਲੈ ਲੈਂਦੇ ਆ ਕਿ ਸਤਲੁਜ ਕਲੱਬ ਦੇ ਕਿਹੜੇ ਮੁੱਦੇ ਨੇ ਜਿਹੜੇ ਇਸ ਵਾਰ ਸਿਆਸਤ ਦੇ ਵਿੱਚ ਸਰਗਰਮ ਹੁੰਦੇ ਦਿਖਾਈ ਦੇ ਰਹੇ ਨੇ। ਸਾਡੇ ਨਾਲ ਸੰਜੀਵ ਟਾਂਡਾ ਸਾਹਿਬ ਜੋ ਕਿ ਮੌਜੂਦਾ ਜਨਰਲ ਸੈਕਟਰੀ ਨੇ ਕਲੱਬ ਦੇ ਜੁੜ ਚੁੱਕੇ ਨੇ। ਟਾਂਡਾ ਸਾਹਿਬ, ਇਲੈਕਸ਼ਨ ਹੋਣੇ ਅਨਾਉਂਸ ਹੋ ਚੁੱਕੇ ਨੇ, 24 ਤਰੀਕ ਨਿਰਧਾਰਿਤ ਹੋ ਗਈ ਹੈ। ਕਿਸ ਤਰ੍ਹਾਂ ਦੀ ਸਿਆਸਤ ਇਸ ਵਾਰ ਦੇਖ ਰਹੇ ਹੋ ਇਲੈਕਸ਼ਨਸ ਦੇ ਵਿੱਚ? ਦੇਖੋ, ਕਿਸੇ ਵੀ ਤਰ੍ਹਾਂ ਦੀ ਕੋਈ ਇਲੈਕਸ਼ਨ ਹੋਵੇ, ਚਾਹੇ ਉਹ ਮੁਹੱਲੇ ਦੀ ਹੋਵੇ, ਚਾਹੇ ਉਹ ਮਤਲਬ ਵਾਰਡ ਦੀ ਹੋਵੇ, ਚਾਹੇ ਉਹ ਐਮਐਲਏ ਦੀ ਜਾਂ ਕਿਸੇ ਵੀ ਤਰ੍ਹਾਂ ਦੀ ਜਿਹੜੀ ਇਲੈਕਸ਼ਨ ਹੈ ਉਹ ਇੱਕ ਸਿਆਸਤ ਦਾ ਅਖਾੜਾ ਹੀ ਹੁੰਦਾ ਹੈ। ਤੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਇਲੈਕਸ਼ਨ ਦਾ ਮਾਹੌਲ ਜਿਹੜਾ ਹੈਗਾ ਉਹ ਕਲੱਬ ਦੇ ਮੈਂਬਰਾਂ ਦੇ ਵਿੱਚ ਕਾਫੀ ਗਰਮਾਨਾ ਸ਼ੁਰੂ ਹੋ ਗਿਆ ਹੈ। ਔਰ ਸਭ ਤੋਂ ਵੱਡੀ ਖੂਬਸੂਰਤ ਚੀਜ਼ ਇਹ ਹੈ ਕਿ ਸਾਡੀਆਂ ਪਿਛਲੇ ਕਈ ਸਾਲਾਂ ਤੋਂ ਜਿਹੜੀਆਂ ਇਲੈਕਸ਼ਨਸ ਨੇ ਉਹ ਯਕਦਮ ਹੀ ਅਨਾਉਂਸ ਹੁੰਦੀਆਂ ਨੇ ਔਰ ਉਹਦੇ ਵਿੱਚ ਕਿਸੇ ਵੀ ਕੈਂਡੀਡੇਟ ਨੂੰ ਮੌਕਾ ਨਹੀਂ ਮਿਲਦਾ ਕਿ ਬਹੁਤ ਜ਼ਿਆਦਾ ਦੇਰ ਉਹ ਕੰਪੇਨ ਕਰ ਸਕੇ। ਔਰ ਕੈਂਡੀਡੇਟਸ ਨੂੰ ਅੰਦੇਸ਼ਾ ਹੋਇਆ ਕਰਦਾ ਕਿ ਇਲੈਕਸ਼ਨਸ ਹੋਣੀਆਂ ਨੇ, ਇਸ ਕਰਕੇ ਉਹ ਤਕਰੀਬਨ 6-8 ਮਹੀਨੇ ਪਹਿਲਾਂ ਹੀ ਇਹ ਇਲੈਕਸ਼ਨਸ ਦੇ ਵਿੱਚ ਮਾਹੌਲ ਨੂੰ ਦੇਖਦੇ ਹੋਏ ਆਪਣਾ ਘਰ ਡੋਰ ਟੂ ਡੋਰ ਜਾਂ ਹੋਰ ਤਰ੍ਹਾਂ ਦੀਆਂ ਮੀਟਿੰਗਸ ਕਰਦੇ ਹੀ ਰਹਿੰਦੇ ਨੇ। ਸਰ, ਕਿਹੜੇ ਕੰਮ ਨੇ ਜਿਹੜੇ ਤੁਹਾਨੂੰ ਲੱਗਦਾ ਹੈ ਕਿ ਇਹ ਹੋਣੇ ਚਾਹੀਦੇ ਨੇ ਜਾਂ ਆਉਣ ਵਾਲੀ ਟੀਮ ਤੋਂ ਐਕਸਪੈਕਟ ਕਰ ਰਹੇ ਹੋ ਕਿ ਇਹ ਕੰਮ ਕੀਤੇ ਜਾਣਗੇ? ਦੇਖੋ, ਜਿਹੜੀ ਵੀ ਟੀਮ ਆਏਗੀ ਉਹ ਅੱਛੀ ਹੀ ਹੋਏਗੀ। ਜਿਹੜੇ ਵੀ ਪੈਂਡਿੰਗ ਕੰਮ ਰਹਿ ਗਏ ਹੋਣਗੇ ਜਾਂ ਸਾਡੇ ਟਾਈਮ 'ਚ ਅਸੀਂ ਨਹੀਂ ਕਰ ਪਾਏ ਹੋਵਾਂਗੇ, ਕਿਹੜੀਆਂ ਵੀ ਸਥਿਤੀਆਂ ਬਣੀਆਂ ਹੋਣਗੀਆਂ, ਆਈ ਐਮ ਸ਼ੋਰ ਜਿਹੜੀ ਨਵੀਂ ਟੀਮ ਆਏਗੀ ਉਹ ਆਪਸ 'ਚ ਇੱਕ ਅੱਛਾ ਤਾਲਮੇਲ ਕਰਦੇ ਹੋਏ ਅੱਛੇ ਕੰਮ ਕਰੇਗੀ। ਜੋ ਕਲੱਬ ਦੀਆਂ ਸਹੂਲਤਾਂ ਜਿਹੜੀਆਂ ਮੈਂਬਰਸ ਨੂੰ ਦੇਣ ਦੀ ਕੋਈ ਜ਼ਰੂਰਤ ਹੈ ਉਹ ਆ ਕੇ ਉਹ ਟੀਮ ਦੇਗੀ। ਸਰ, ਆਲ ਵੈਦਰ ਪੂਲ ਦੀ ਡਿਮਾਂਡ ਹੋ ਰਹੀ ਹੈ, ਹਾਈਜੈਨਿਕ ਫੂਡ ਦੀ ਵੀ ਗੱਲ ਹੋ ਰਹੀ ਹੈ ਕਿ ਰੈਸਟੋਰੈਂਟ ਦੇ ਵਿੱਚ ਕੁਝ ਇੱਦਾਂ ਦੀਆਂ ਚੀਜ਼ਾਂ ਹੈਗੀਆਂ ਜੋ ਕਿ ਹਾਈਜੈਨਿਕ ਫੂਡ ਦੇ ਲਈ ਕੁਝ ਸਵਾਲ ਚੱਕੇ ਜਾ ਰਹੇ ਨੇ ਕਲੱਬ ਮੈਂਬਰਸ ਦੇ ਦੁਆਰਾ। ਦੇਖੋ, ਆਲ ਵੈਦਰ ਸਵਿਮਿੰਗ ਪੂਲ ਜਦੋਂ ਮੇਰੀ ਪਹਿਲੀ ਟੈਨਿਓਰ ਸੀਗੀ ਜਨਰਲ ਸੈਕਟਰੀ ਦੀ 2010 ਦੇ ਵਿੱਚ, ਉਦੋਂ ਵੀ ਇਹ ਮੁੱਦਾ ਉੱਠਿਆ ਸੀਗਾ। ਇਹ ਮੁੱਦਾ ਹਰ ਵਾਰ ਜਿਹੜਾ ਵੀ ਜਨਰਲ ਸੈਕਟਰੀ ਆਉਂਦਾ ਹੈ ਜਾਂ ਜਿਹੜਾ ਵੀ ਜਨਰਲ ਸੈਕਟਰੀ ਲੜ ਰਿਹਾ ਹੁੰਦਾ ਜਾਂ ਜਿਹੜੀ ਵੀ ਐਗਜ਼ੈਕਟਿਵ ਲੜ ਰਹੀ ਹੁੰਦੀ ਹੈ, ਉਹ ਲਿਊਕਰੇਟਿਵ ਕਰਨ ਦੇ ਲਈ ਮਾਹੌਲ ਨੂੰ ਮਤਲਬ ਇਸ ਮੈਂਬਰਾਂ ਨੂੰ ਲੁਭਾਉਣ ਦੇ ਲਈ ਇਹ ਵਾਅਦੇ ਕਰਦੀ ਹੈ ਕਿ ਆਲ ਵੈਦਰ ਸਵਿਮਿੰਗ ਪੂਲ ਬਣੇਗਾ। ਮੈਂ ਸਮਝਦਾ ਪਿਛਲੇ 12 ਸਾਲ ਤੋਂ ਇਹ ਮੁੱਦਾ ਜਿਹੜਾ ਹੈਗਾ ਹਰ ਐਗਜ਼ੈਕਟਿਵ ਦੇ ਵਿੱਚ ਆਇਆ ਹੈ, ਪਰ ਸ਼ਾਇਦ ਫੰਡਸ ਦੇ ਕਾਰਨ ਜਾਂ ਨੀਅਤ ਤੇ ਨੀਤੀ ਨਾ ਅੱਛੀ ਹੋਣ ਦੇ ਕਾਰਨ ਇਹ ਪਿਛਲੇ 12 ਸਾਲ ਤੋਂ ਕਦੀ ਵੀ ਸਿਰੇ ਨਹੀਂ ਚੜਿਆ। ਸਰ, ਤੁਹਾਡੇ ਵੱਲੋਂ ਇੱਕ ਬਹੁਤ ਅੱਛਾ ਇਨੀਸ਼ੀਏਟਿਵ ਲੱਤਾ ਗਿਆ ਡਿਊਰਿੰਗ ਰੀਸੈਂਟ ਟੈਨਿਓਰ, ਤੁਸੀਂ ਮੌਜੂਦਾ ਜਨਰਲ ਸੈਕਟਰੀ ਵੀ ਹੋ, ਇੱਕ ਜਿਹੜਾ ਨਿਊਜ਼ ਲੈਟਰ ਸਟਾਰਟ ਕੀਤਾ ਗਿਆ, ਕੀ ਭਵਿੱਖ ਦੇਖ ਰਹੇ ਹੋ? ਦੇਖੋ, 2010 ਦੇ ਵਿੱਚ ਵੀ ਜਦੋਂ ਮੈਂ ਜਨਰਲ ਸੈਕਟਰੀ ਸੀਗਾ ਉਸ ਵੇਲੇ ਵੀ ਇਹ ਨਿਊਜ਼ ਲੈਟਰ ਚਾਲੂ ਕੀਤੀ ਸੀਗੀ, ਪੂਰੇ 2 ਸਾਲ ਚੱਲੀ। ਲੇਕਿਨ ਉਸ ਤੋਂ ਬਾਅਦ ਜਿੱਦਾਂ ਹੀ ਮੇਰੀ ਟੈਨਿਓਰ ਖਤਮ ਹੋਈ ਉਹ ਨਿਊਜ਼ ਲੈਟਰ ਬਿਲਕੁਲ ਡੰਪ ਹੋ ਗਈ, ਕਦੀ ਉਦੋਂ ਦੁਬਾਰਾ ਸ਼ੁਰੂ ਨਹੀਂ ਹੋਈ। ਤੇ ਫਿਰ ਜਦੋਂ ਇਸ ਟੈਨਿਓਰ ਦੇ ਵਿੱਚ 2020 ਦੇ ਵਿੱਚ ਆਏ, ਅਸੀਂ ਦੁਬਾਰਾ ਫਿਰ ਇਸ ਨਿਊਜ਼ ਲੈਟਰ ਨੂੰ ਸ਼ੁਰੂ ਕੀਤਾ ਜਿਹੜਾ ਕਿ ਮੈਂਬਰਸ ਨੂੰ ਬਹੁਤ ਜ਼ਿਆਦਾ ਪਸੰਦ ਹੈ, ਘਰ ਘਰ ਦੇ ਵਿੱਚ ਜਾਂਦੀ ਹੈ। ਜਿਹੜੇ ਮੈਂਬਰਸ ਚਾਹੇ ਉਹ ਬਜ਼ੁਰਗ ਨੇ, ਚਾਹੇ ਉਹ ਜਿਹੜੇ ਮੈਂਬਰਸ ਕਲੱਬ 'ਚ ਨਹੀਂ ਆਉਂਦੇ, ਉਹ ਇਸ ਨਿਊਜ਼ ਲੈਟਰ ਦੇ ਰਾਹੀਂ ਕਲੱਬ ਦੀ ਐਕਟੀਵਿਟੀਜ਼ ਕੀ ਹੋ ਰਿਹਾ ਹੈ ਉਹਨਾਂ ਨੂੰ ਘਰ ਦੇ ਵਿੱਚ ਬੈਠੇ ਪਤਾ ਲੱਗਦਾ। ਇਹ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਸੀਗਾ ਔਰ ਮੈਂ ਉਮੀਦ ਕਰਦਾ ਕਿ ਜੋ ਪਿਛਲੀ ਵਾਰ ਹੋਇਆ ਸੀਗਾ 2010-12 ਦੇ ਬਾਅਦ ਕਿ ਇਹ ਬੰਦ ਹੋ ਗਈ ਸੀ, ਕਿ ਇਸ ਵਾਰੀ ਉਹ ਚੀਜ਼ ਨਹੀਂ ਹੋਏਗੀ ਔਰ ਇਹ ਚੀਜ਼ ਚੱਲਦੀ ਰਹੇਗੀ। ਮੈਂਬਰ ਇਸ ਨਿਊਜ਼ ਲੈਟਰ ਦੇ ਨਾਲ ਕਲੱਬ ਦੇ ਨਾਲ ਜੁੜੇ ਰਹਿੰਦੇ ਆ। ਫਾਈਨਲ ਕੁਐਸਚਨ ਸਰ, ਕਲੱਬ ਮੈਂਬਰਸ ਨੂੰ, ਵੋਟਰਸ ਨੂੰ ਕੀ ਸੁਨੇਹਾ ਦੇਣਾ ਚਾਹੋਗੇ? ਅੱਛੇ ਤਰੀਕੇ ਦੇ ਨਾਲ ਇਲੈਕਸ਼ਨ ਲੜੋ, ਬਜਾਏ ਇਹਦੇ ਕਿ ਕਿਸੇ ਤਰ੍ਹਾਂ ਦੀ ਗੰਦੀ ਰਾਜਨੀਤੀ ਖੇਲਦੇ ਹੋਏ ਇੱਕ ਦੂਜੇ 'ਤੇ ਕਿਸੇ ਤਰ੍ਹਾਂ ਦੇ ਗੰਦੇ ਆਰੋਪ ਲਗਾਓ। ਉਹਨਾਂ ਚੀਜ਼ਾਂ ਤੋਂ ਉੱਪਰ ਉੱਠਦੇ ਹੋਏ ਇੱਕ ਅੱਛਾ ਮਾਹੌਲ ਦੇ ਨਾਲ ਇਲੈਕਸ਼ਨ ਲੜੀ ਜਾਵੇ। ਤੇ ਇਹੀ ਮੈਂਬਰਸ ਨੂੰ ਕਹਿਣਾ ਚਾਹਾਂਗਾ। ਇੱਕ ਮੈਂ ਹੋਰ ਚੀਜ਼ ਦੱਸਣੀ ਚਾਹੂੰਗਾ ਜਿਹੜੀ ਸਾਡੀ ਟੈਨਿਓਰ ਦੇ ਵਿੱਚ ਹੋਈ ਕਿ ਟਰਾਂਸਫਰ ਫੀਸ ਦਾਦਾ ਜੀ ਤੋਂ ਜਾਂ ਪਿਤਾ ਜੀ ਤੋਂ ਆਪਣੇ ਬੱਚੇ ਲਈ ਉਹ 2.5 ਲੱਖ ਪਲੱਸ GST ਸੀ, ਜਿਹੜੀ ਕਿ 2,95,000 ਸੀਗੀ। ਅਸੀਂ ਆਪਣੀ ਟੈਨਿਓਰ ਦੇ ਵਿੱਚ ਵਰਿੰਦਰ ਸ਼ਰਮਾ ਜੀ ਦੀ ਅਗਵਾਈ ਦੇ ਵਿੱਚ ਅਸੀਂ ਪਹਿਲੀ ਵਾਰੀ ਕਲੱਬ ਦੇ ਇਤਿਹਾਸ 'ਚ ਇੱਦਾਂ ਹੋਇਆ ਕਿ ਮੈਂਬਰਸ਼ਿਪ ਘਟਾਈ ਗਈ, 1.5 ਲੱਖ ਰੁਪਈਆ ਕੀਤਾ ਗਿਆ ਪਲੱਸ GST 1,77,000, ਜਿਹੜਾ ਕਿ ਜਿਸ ਦੇ ਕਾਰਨ 100 ਦੇ ਕਰੀਬ ਮੈਂਬਰਾਂ ਨੇ ਇਸ ਚੀਜ਼ ਦਾ ਲਾਭ ਲਿੱਤਾ ਔਰ ਕਲੱਬ ਨੂੰ ਵੀ 1.5 ਕਰੋੜ ਦੇ ਕਰੀਬ ਵਿਦਆਊਟ GST ਕਲੱਬ ਨੂੰ ਰੈਵਨਿਊ ਆਇਆ।
ਸੋ ਟਾਡਾ ਸਾਹਿਬ ਨੇ ਜਿੰਨੀਆਂ ਵੀ ਆਪਣੇ ਟੈਨਿਓਰ ਦੇ ਡਿਊਰਿੰਗ ਅਚੀਵਮੈਂਟਸ ਨੇ ਉਹ ਵੀ ਹਾਲਾਂਕਿ ਕਲੱਬ ਮੈਂਬਰਸ ਦੇ ਅੱਗੇ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਹਾਲਾਂਕਿ ਕੋਸ਼ਿਸ਼ ਕਰਦੇ ਆ ਕਿ ਹੋਰ ਮੈਕਸਿਮਮ ਕੈਂਡੀਡੇਟਸ ਤੱਕ ਪਹੁੰਚ ਕਰੀਏ ਔਰ ਉਹਨਾਂ ਦਾ ਵੀ ਨਜ਼ਰੀਆ ਜਿਹੜਾ ਕਲੱਬ ਮੈਂਬਰਸ ਦੇ ਰੂਬਰੂ ਕਰੀਏ। ਸੋ ਸਾਡੇ ਨਾਲ ਮਨਿੰਦਰ ਬੇਦੀ ਜੀ ਨੇ ਜੋ ਕਿ ਮੌਜੂਦਾ ਮੈਸ ਸੈਕਟਰੀ ਨੇ ਔਰ ਨਵੀਂ ਟਰਮ ਦੇ ਲਈ ਵੀ ਉਹਨਾਂ ਨੇ ਜਿਹੜੇ ਫਾਈਲ ਨੋਮੀਨੇਸ਼ਨ ਆਪਣੀ ਭਰੀ ਹੈ ਮੈਸ ਸੈਕਟਰੀ ਦੇ ਲਈ ਭਰੀ ਹੈ। ਵੀ ਸਾਹਿਬ ਕਿਹੜੇ ਕੰਮ ਜਿਹੜੇ ਹੈਗੇ ਨੇ ਅਧੂਰੇ ਰਹਿ ਗਏ ਤੇ ਇਸ ਟਰਮ 'ਚ ਪੂਰੇ ਹੋਣ? ਮੈਂ ਇੱਕ ਤੇ ਆਪਣੇ ਰੈਸਟੋਰੈਂਟ ਨੂੰ ਰੈਨੋਵੇਸ਼ਨ ਕਰਾਂਗਾ ਤੇ ਇੱਕ ਕਿਚਨ 'ਚ ਕਾਫੀ ਸਮਾਨ ਔਰ ਰੈਨੋਵੇਸ਼ਨ ਹੋਣ ਦੀ ਜ਼ਰੂਰਤ ਹੈ, ਉਹ ਮੈਂ ਕਰਵਾਵਾਂਗਾ। ਕੀ ਸੁਨੇਹਾ ਕੀ ਦੇਣਾ ਚਾਹੋਗੇ ਕਲੱਬ ਮੈਂਬਰਸ ਨੂੰ? ਮੈਂਬਰਸ ਨੂੰ ਇਹ ਸੁਨੇਹਾ ਕਿ ਅੱਛਾ ਫੂਡ ਮਿਲੇਗਾ ਤੇ ਮੈਂ ਪਿਛਲੇ 2 ਸਾਲਾਂ 'ਚ ਵੀ ਕੋਈ 40% ਇਨਕਰੀਜ਼ ਹੋਣ ਦੇ ਬਾਵਜੂਦ ਵੀ ਆਪਣੇ ਇੰਡੀਆ 'ਚ ਸਾਰੇ ਫੂਡ ਤੇ ਮੈਂ ਕੋਈ ਰੇਟ ਵੀ ਵਧਾਇਆ ਨਹੀਂ ਬਿਕੋਜ਼ ਦਾ ਰੀਜ਼ਨ ਉਹ ਕੋਵਿਡ ਵਗੈਰਾ ਲੋਕਾਂ ਨੂੰ ਜੋ ਵੀ ਕਲੱਬ ਮੈਂਬਰਸ ਮੇਰੇ ਕੋਲ ਆਉਣ ਕਲੱਬ 'ਚ ਆਉਣ ਤੇ ਆਪਣਾ ਇੰਜੋਏ ਕਰਕੇ ਜਾਣ। ਸਰ ਕੁਝ ਕਲੱਬ ਮੈਂਬਰਸ ਦੇ ਵੱਲੋਂ ਨਾ ਕੇਵਲ ਆਲ ਵੈਦਰ ਪੂਲ ਦੀ ਗੱਲ ਕੀਤੀ ਗਈ ਹੈ ਬਟ ਮੈਸ ਤੇ ਵੀ ਸਵਾਲ ਚੱਕੇ ਗਏ ਨੇ ਕਿ ਹਾਈਜੈਨਿਕ ਫੂਡ ਹੈ ਜਿਹੜਾ ਉਹ ਅੱਛੀ ਤਰ੍ਹਾਂ ਨਹੀਂ ਪ੍ਰੋਵਾਈਡ ਹੋ ਰਿਹਾ। ਨਹੀਂ ਸਰ ਇਹ ਤੇ ਹੋ ਨਹੀਂ ਸਕਦਾ। ਤੁਸੀਂ ਜੇ ਹਾਈਜੀਨਿਕ ਫੂਡ ਤੇ ਇੱਥੇ ਸੀਐਮ ਤੱਕ ਆਪਣੇ ਸੀਐਮ ਵੀ ਆਉਂਦੇ ਨੇ ਤੇ ਇਸ ਸਤਲੁਜ ਕਲੱਬ ਦਾ ਹੀ ਖਾਣਾ ਖਾਂਦੇ ਨੇ। ਈਵਨ ਗਵਰਨਰ ਸਾਹਿਬ ਵੀ ਪਿੱਛੇ ਆਏ ਨੇ, ਉਹਨਾਂ ਨੇ ਵੀ ਸਤਲੁਜ ਕਲੱਬ ਨੂੰ ਵੀ ਪ੍ਰੈਫਰ ਕੀਤਾ ਕਿ ਮੈਂ ਇਹਦਾ ਖਾਣਾ ਖਾਵਾਂ ਵੀ ਇਸੇ ਕਲੱਬ ਤੋਂ ਮੰਗਾ ਕੇ ਖਾਣਾ ਖਾਇਆ ਜਾਏ। ਅਬਜ਼ਰਵਰ ਸਾਹਿਬ ਆਏ ਨੇ, ਅਬਜ਼ਰਵਰ ਜਿਹੜੇ ਆਪਣੇ ਇਲੈਕਸ਼ਨ ਦੇ ਹੁੰਦੇ ਨੇ ਉਹਨਾਂ ਨੇ ਵੀ ਇੱਥੇ ਹੀ ਫੂਡ ਪਸੰਦ ਕੀਤਾ। ਜੇ ਆਪਣਾ ਅੱਛਾ ਹੈਗਾ ਤੇ ਇੰਨੀਆਂ ਮਹਾਨ ਹਸਤੀਆਂ ਜਿਹੜੇ ਸੀਐਮ ਵਰਗੇ ਗਵਰਨਰ ਸਾਹਿਬ ਵਰਗੇ ਉਹ ਆ ਕੇ ਇੱਥੇ ਖਾਣਾ ਖਾਂਦੇ ਨੇ। ਬਿਲਕੁਲ ਇਹੀ ਤਾਂ ਸਿਆਸਤ ਹੈ ਜਿਹੜੀ ਵੇਖਣ ਨੂੰ ਮਿਲ ਰਹੀ ਹੈ ਕਿ ਐਡੇ ਐਡੇ ਵੱਡੇ ਅਫਸਰ ਆ ਕੇ ਇੱਥੇ ਖਾਣਾ ਖਾ ਕੇ ਜਾਂਦੇ ਨੇ ਲੇਕਿਨ ਕਲੱਬ ਮੈਂਬਰਸ ਦੇ ਵੱਲੋਂ ਹੀ ਸਵਾਲ ਚੱਕੇ ਜਾਂਦੇ ਆ। ਉਹਨਾਂ ਮੈਂਬਰਸ ਨੂੰ ਜਿਹੜੇ ਇਸ ਤਰ੍ਹਾਂ ਦੇ ਸਵਾਲ ਚੱਕਦੇ ਆ ਕੀ ਸੁਨੇਹਾ ਦੇਣਾ ਚਾਹੋਗੇ? ਨਹੀਂ ਸਰ ਮੈਂ ਹੋ ਸਕਦਾ ਕਿਸੇ ਟਾਈਮ ਕਿਸੇ ਨੂੰ ਕੋਈ ਚੀਜ਼ ਮਾੜੀ ਵੀ ਲੱਗੀ ਹੋਵੇ, ਮੈਂ ਇਹ ਨਹੀਂ ਕਹਿ ਸਕਦਾ। ਆਪਾਂ ਆਪਣੇ ਘਰ ਵਿੱਚ ਵੀ ਖਾਣਾ ਬਣਾਉਂਦੇ ਆ, ਕੋਈ ਨਾ ਕੋਈ ਕਮੀ ਰਹਿ ਜਾਂਦੀ, ਸਾਰਿਆਂ ਨੂੰ ਹਰ ਚੀਜ਼ ਪਸੰਦ ਤੇ ਆਉਂਦੀ ਨਹੀਂ। ਤੋ ਇੱਥੇ ਖਾਣੇ 'ਚ ਵੀ ਹੋ ਸਕਦੀ ਕਿਸੇ ਨਾ ਕਿਸੇ ਟਾਈਮ। ਮੈਂ ਇੰਨੀ ਗਰੰਟੀ ਨਹੀਂ ਲੈਂਦਾ ਕਿ ਸਾਰੇ ਵੀ ਸ਼ੋਰ ਕਿ ਸਾਰੇ ਖੁਸ਼ ਹੋ ਕੇ ਜਾਂਦੇ ਹੋਣਗੇ। ਜੇ ਕੋਈ ਕਮੀ ਪੇਸ਼ੀ ਹੋਏਗੀ ਤੇ ਮੈਂ ਅੱਗੋਂ ਉਹਨੂੰ ਹੋਰ ਸੁਧਾਰਨ ਦੀ ਕੋਸ਼ਿਸ਼ ਕਰਾਂਗਾ। ਸੋ ਬੇਦੀ ਸਾਹਿਬ ਨੇ ਆਪਣਾ ਨਜ਼ਰੀਆ ਜਿਹੜਾ ਰੂਬਰੂ ਕੀਤਾ ਆਪਣੇ ਵੋਟਰਸ ਦੇ ਨਾਲ ਕਲੱਬ ਮੈਂਬਰਸ ਦੇ ਨਾਲ। ਹਾਲਾਂਕਿ ਕਲੱਬ ਦੇ ਇਲੈਕਸ਼ਨ ਨੇ ਜਿਹੜੇ 24 ਤਰੀਕ ਨੂੰ ਹੋਣ ਜਾ ਰਹੇ ਨੇ ਔਰ ਬਾਕੀ ਮੈਂਬਰਸ ਦਾ ਕੀ ਕਹਿਣਾ ਵਾ ਉਹਨਾਂ ਕੋਲ ਵੀ ਚੱਲਦੇ ਆ ਔਰ ਜਾਣਕਾਰੀ ਲੈ ਲੈਂਦੇ ਆ। ਜਿਹੜੇ ਬਾਕੀ ਕੰਟੈਸਟ ਕਰਨ ਜਾ ਰਹੇ ਨੇ ਕੈਂਡੀਡੇਟਸ ਉਹਨਾਂ ਦੇ ਨਜ਼ਰੀਏ ਦੇ ਵਿੱਚ ਇਸ ਵਾਰ ਇਲੈਕਸ਼ਨਸ ਦੀ ਜਿਹੜੀ ਪੋਲਿਟਿਕਸ ਹੈ ਉਸ ਦਾ ਰੁਖ ਕਿਸ ਔਰ ਰਹਿਣ ਵਾਲਾ ਵਾ, ਆਓ ਇੱਕ ਵਾਰ ਗੱਲਬਾਤ ਕਰ ਲੈਂਦੇ ਆ। ਕਲੱਬ ਇਲੈਕਸ਼ਨ ਨੂੰ ਲੈ ਕੇ ਪੋਲਿਟਿਕਸ 'ਚ ਜਿਹੜੀ ਗਰਮਾਹਟ ਹੈ ਜਿਹੜੀ ਦੇਖਣ ਨੂੰ ਮਿਲ ਰਹੀ ਹੈ। ਹਾਲਾਂਕਿ ਸਾਡੇ ਨਾਲ ਸਟਾਕ ਐਕਸਚੇਂਜ ਦੇ ਚੇਅਰਮੈਨ TS ਥਾਪਰ ਵੀ ਜੁੜ ਚੁੱਕੇ ਨੇ। ਥਾਪਰ ਸਾਹਿਬ ਕਿਸ ਤਰ੍ਹਾਂ ਦੇਖ ਰਹੇ ਹੋ ਇਸ ਵਾਰ ਦੀ ਪੋਲਿਟਿਕਸ ਨੂੰ? ਦੇਖੋ ਜੀ ਲੋਕ ਬਦਲ ਚਾਹੁੰਦੇ ਆ, ਚੇਂਜ ਚਾਹੀਦੀ ਹੈ, ਇਸ ਕਰਕੇ ਲੋਕਾਂ ਦਾ ਵਿਚਾਰ ਐਸ ਗਿਆ ਵੀ ਚੇਂਜ ਹੋਣੀ ਚਾਹੀਦੀ ਹੈ। ਸਰ ਇਹ ਤਾਂ ਟੈਗ ਲਾਈਨ ਆਮ ਆਦਮੀ ਪਾਰਟੀ ਦੀ ਸੀਗੀ, ਕਲੱਬ 'ਚ ਕਿਵੇਂ ਆ ਗਈ? ਵੀ ਆਮ ਆਦਮੀ ਪਾਰਟੀ ਕੋ ਅਸੀਂ ਵੀ ਆਮ ਹੀ ਹੈ, ਖਾਸ ਥੋੜ੍ਹਾ ਹੈਗੇ ਆ। ਮਤਲਬ ਜੋ ਕਲੱਬ ਦੇ ਵਿੱਚ ਜੇ ਕੁਝ ਹੋਇਆ ਹੀ ਨਹੀਂ ਹੈਗਾ, ਕੋਈ ਡਿਵੈਲਪਮੈਂਟ ਨਹੀਂ ਹੈ, ਨਾ ਕੋਈ ਸਪੋਰਟਸ ਏਰੀਏ 'ਚ, ਨਾ ਕੁਛ ਆਪਣਾ ਕੋਈ ਤੁਹਾਡਾ ਮੈਸ 'ਚ, ਕਿਸੇ 'ਚ ਕੁਛ ਨਹੀਂ ਡਿਵੈਲਪਮੈਂਟ। 2 ਰੈਸਟੋਰੈਂਟ ਖਾਲੀ ਪਏ ਆ ਇੱਥੇ, ਕਰੋੜਾਂ ਰੁਪਏ ਦੀ ਪ੍ਰਾਪਰਟੀ ਵੇਸਟ ਹੋ ਰਹੀ ਹੈ। ਸਮਝੋ ਕਿ ਨਹੀਂ, ਜਿਨ੍ਹਾਂ ਤੇ 50-50 ਲੱਖ ਰੁਪਏ ਉਹਨਾਂ ਦੀ ਰੈਨੋਵੇਸ਼ਨ ਤੇ ਲੱਗਿਆ ਆ, ਉਹ ਕੀ ਫਾਇਦਾ ਉਸ ਚੀਜ਼ ਦਾ? ਮੈਂਬਰਸ ਨੂੰ ਕੋਈ ਓਪਰਚੁਨਿਟੀ ਨਹੀਂ ਹੈ, ਪੈਸੇ ਦੇ ਰਹੇ ਹੈ ਪਰ ਜੋ ਇਹਦੇ ਆਉਂਦੇ ਹੈ ਉਹਨਾਂ ਨੂੰ ਖਾਣ ਪੀਣ ਦੀ ਕੋਈ ਸੈਕੰਡ ਓਪਰਚੁਨਿਟੀ ਹੈ ਨਹੀਂ। ਕੋਈ ਕੈਟਰ ਜਿਹੜਾ ਹੈਗਾ ਉਹ ਜਾਂ ਤਾਂ ਟਿਕਦਾ ਨਹੀਂ ਹੈ ਜਾਂ ਕੋਈ ਕਾਰਨ ਹੈ ਕਿਉਂ। ਇਸ ਕਰਕੇ ਥੋੜ੍ਹਾ ਜਿਹਾ ਲੋਕਾਂ ਦਾ ਰਿਜ਼ੈਂਟਮੈਂਟ ਹੈ। ਬਾਕੀ ਤੁਹਾਨੂੰ 24 ਤਰੀਕ ਸ਼ਾਮ ਨੂੰ ਪਤਾ ਲੱਗ ਜਾਊਗਾ। ਸਰ ਕਲੱਬ ਮੈਂਬਰਸ ਨੂੰ ਜਿਹੜੇ ਵੋਟਰ ਨੇ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ? ਸੁਨੇਹਾ ਇਹ ਦੇਣਾ ਚਾਹੁੰਦੇ ਆ ਵੀ ਅੱਖਾਂ ਬੰਦ ਕਰਕੇ ਨਹੀਂ, ਅੱਖਾਂ ਖੋਲ੍ਹ ਕੇ ਵੋਟ ਪਾਈਓ ਬਸ। ਕੋਈ ਰਿਸ਼ਤੇਦਾਰੀਆਂ, ਕੋਈ ਪਿਆਰ, ਕੋਈ ਨਾ ਸਮਝੋ, ਕੋਈ ਇਹ ਨਾ ਸਮਝੋ ਵੀ ਇੱਕ ਕਲੱਬ ਨੂੰ ਕਿਸੇ ਦੇ 2 ਬੰਦਿਆਂ 4 ਬੰਦਿਆਂ ਦੇ ਸਿਰ ਤੇ ਖੜਾ ਹੈ। ਕਲੱਬ ਸਿਰਫ ਖੜਾ ਹੈ, ਇਹ ਸੈਕੰਡ ਹੋਮ ਹੈ ਔਰ ਮੈਂਬਰ ਦੇ ਪੈਸੇ ਨਾਲ ਖੜਾ ਹੈ। ਮੈਂਬਰਸ ਦੀ ਫੈਸਿਲਿਟੀ ਨੂੰ ਕੋਈ ਨਹੀਂ ਦੇਖਦਾ। ਜੋ ਵੀ ਬਣਦਾ ਸਿਰਫ ਉਹ ਕਹਿੰਦਾ ਵੀ ਮੇਰਾ ਕੀ ਬਣਦਾ, ਮੇਰੇ ਦੋਸਤਾਂ ਦਾ ਕੀ ਬਣਦਾ। ਇਹ ਜ਼ਿੰਦਗੀ ਜਿੰਨਾ ਚਿਰ ਇਹ ਚੀਜ਼ ਨਹੀਂ ਨਾ ਜਾਊਗੀ ਉਹਨਾਂ ਚਿਰ ਕਲੱਬ ਦੀ ਤਰੱਕੀ ਨਹੀਂ ਹੈ ਬਸ। ਡਾਕਟਰ ਸਾਹਿਬ ਕਿਹੜੇ ਇਸ ਤਰ੍ਹਾਂ ਦੇ ਕੰਮ ਨੇ ਜਿਹੜੇ ਤੁਸੀਂ ਚਾਹੁੰਦੇ ਹੋ ਕਿ ਫੌਰੀ ਤੌਰ ਤੇ ਕਰਨ ਵਾਲੇ ਨੇ? ਦੇਖੋ ਗੱਲ ਪਤਾ ਕਿ ਸਾਰੇ ਹੀ ਹੋਣ ਵਾਲੇ ਆ, ਮੈਂ ਕੀ ਦੱਸਾਂ, 100% ਹੀ ਹੋਣ ਵਾਲਾ। ਕਿਸ ਚੀਜ਼ ਦੇ ਬਾਰੇ 100% ਹੀ ਹੋਣ ਵਾਲਾ ਹੈ, 100% ਹੀ ਹੋਣ ਵਾਲਾ ਹੈ। ਕੀ ਹੁਣ ਤੱਕ ਦੀਆਂ ਜਿਹੜੀਆਂ ਕਮੇਟੀਆਂ ਆਈਆਂ ਉਹਨਾਂ ਦੇ ਵੱਲੋਂ ਕੰਮ ਨਹੀਂ ਹੋਇਆ ਦਾ ਮਤਲਬ? ਕੁਝ ਵੀ ਨਹੀਂ ਹੋਇਆ ਹੈਗੇ। ਕੀ ਹੋਇਆ ਦੱਸੋ ਮੈਨੂੰ, ਕੀ ਹੋਇਆ ਹੈ?
ਕਿੰਨੀ ਕੁ ਇੱਥੇ ਤੁਸੀਂ ਇਹ ਕਲੱਬ ਹੈ, ਕਿੰਨੀ ਕੁ ਤੁਹਾਨੂੰ ਗੈਦਰਿੰਗ ਨਜ਼ਰ ਆਉਂਦੀ ਹੈ? ਹੈਗੀ ਕੋਈ? ਤੁਸੀਂ ਲੋਧੀ ਕਲੱਬ ਚਲੇ ਜਾਓ, ਭਰਿਆ ਪਿਆ ਹੈ। ਇੱਥੇ ਦੀ ਬਾਹਰ ਚਲ ਜਾਓ, ਇੱਥੇ ਲਾਨ ਉਹ ਦੇਖ ਲਓ ਖਾਲੀ ਪਏ ਹੈ। ਸਿਰਫ ਪਰਸਨਲ ਬੈਨੀਫਿਟ ਲਈ ਸਿਰਫ ਸੈਕਟਰੀ ਬਣਦੇ ਹੈ, ਪਰਸਨਲ ਬੈਨੀਫਿਟ, ਮੈਂਬਰਸ ਲਈ ਕੋਈ ਨਹੀਂ ਬਣਦਾ। ਜਾਣਦੇ ਹੋ ਸਤਲੁਜ ਕਲੱਬ ਦੇ ਇਲੈਕਸ਼ਨ ਨੇ ਜਿਹੜੇ 24 ਦਸੰਬਰ ਨੂੰ ਹੋਣੇ ਨਿਯਤ ਹੋ ਚੁੱਕੇ ਨੇ। ਹਾਲਾਂਕਿ ਅੱਜ ਫਰਸਟ ਡੇ ਸੀਗਾ ਨੋਮੀਨੇਸ਼ਨ ਦਾ, ਔਰ ਸਾਡੇ ਨਾਲ ਥੋੜੀ ਦੇਰ ਪਹਿਲਾਂ ਅਬਜ਼ਰਵਰ ਅਮਰਜੀਤ ਸਿੰਘ ਬੈਂਸ ਪੀਸੀਐਸ ਜੋ ਕਿ ਏਡੀਸੀ ਖੰਨਾ ਨੇ, ਔਰ ਆਰਓ ਵਿਕਾਸ ਹੀਰਾ ਸਾਹਿਬ ਬੈਠੇ ਨੇ ਸਾਡੇ ਨਾਲ, ਔਰ ਮੈਡਮ ਆਰਓ 1 ਜਸਲੇਸ਼ ਕੌਰ ਭੁੱਲਰ ਸਾਹਿਬ ਬੈਠੇ ਨੇ। ਉਹਨਾਂ ਕੋਲੋਂ ਜਾਣਕਾਰੀ ਲੈ ਲੈਂਦੇ ਹਾਂ ਕਿ ਲੇਟੈਸਟ ਅਪਡੇਟ ਕੀ ਹੈ, ਕਿੰਨੇ ਕਾਗਜ਼ ਨੇ ਜਿਹੜੇ ਕੈਂਡੀਡੇਟਸ ਅੱਜ ਫਾਈਲ ਕਰਕੇ ਜਾ ਚੁੱਕੇ ਨੇ। ਸਰ, ਕਿੰਨੇ ਕੈਂਡੀਡੇਟਸ ਦੇ ਕਾਗਜ਼ ਤੁਹਾਨੂੰ ਪ੍ਰਾਪਤ ਹੋ ਰਹੇ? ਅੱਜ ਦੀ ਜੀ ਨੋਮੀਨੇਸ਼ਨ ਖਤਮ ਹੋਣ ਤੋਂ ਬਾਅਦ ਤਕਰੀਬਨ 6 ਕੈਂਡੀਡੇਟਸ ਆਪਣੇ ਨੋਮੀਨੇਸ਼ਨ ਪੇਪਰ ਦੇ ਕੇ ਜਾ ਚੁੱਕੇ ਨੇ। 6 ਮੈਂਬਰਸ ਦੇ ਆ ਗਏ ਹਨ। ਹਾਂਜੀ ਜੀ। ਕੀ ਉਮੀਦ ਲਗਾਈ ਜਾ ਰਹੀ ਹੈ ਕਿ ਕਿੰਨੇ ਇਸ ਵਾਰ ਕੈਂਡੀਡੇਟ ਕੰਟੈਸਟ ਕਰਨ ਜਾ ਰਹੇ ਨੇ? ਜੀ ਅਸੀਂ ਤਾਂ ਇਹੀ ਸਭ ਨੂੰ ਗੁਜ਼ਾਰਿਸ਼ ਕਰਦੇ ਹਾਂ ਕਿ ਜੀ ਬਹੁਤ ਚੰਗੀ ਭਾਵਨਾ ਦੇ ਨਾਲ ਹਰ ਸੀਟ ਵਾਸਤੇ ਇਲੈਕਸ਼ਨ ਹੋਣ, ਔਰ ਸਭ ਦੀ ਗਰਿਮਾ ਦਾ ਧਿਆਨ ਰੱਖਦੇ ਹੋਏ ਇਲੈਕਸ਼ਨ ਹੋਣ ਜੀ। ਸਰ, ਮੈਂਬਰਸ ਨੂੰ ਕੀ ਮੈਸੇਜ ਦੇਣਾ ਚਾਹੋਗੇ? ਮੈਂਬਰਸ ਨੂੰ ਇਹ ਹੈ ਜੀ ਕਿ ਜੀ ਬੜੀ ਡੈਮੋਕ੍ਰੈਟਿਕ ਤਰੀਕੇ ਨਾਲ ਇੱਕ ਦੂਜੇ ਦੀ ਭਾਵਨਾਵਾਂ ਦਾ ਧਿਆਨ ਰੱਖਦੇ ਹੋਏ ਵੋਟਾਂ ਕੀਤੀਆਂ ਜਾਣ। ਇੱਦਾਂ ਦੀ ਕੋਈ ਗੱਲ ਨਾ ਕੀਤੀ ਜਾਵੇ ਜੇ ਕਿਸੇ ਦਾ ਵੀ ਜਿਹਨੂੰ ਕੁਝ ਠੇਸ ਪਹੁੰਚੇ। ਸੋ ਤੁਸੀਂ ਸੁਣਿਆ ਕਿਸ ਤਰ੍ਹਾਂ ਐਸਡੀਐਮ ਸਾਹਿਬ ਜੋ ਕਿ ਐਸਡੀਐਮ ਜਗਰਾਉਂ ਨੇ, ਉਹਨਾਂ ਦੇ ਵੱਲੋਂ ਸਪੈਸ਼ਲ ਕਲੱਬ ਮੈਂਬਰਸ ਨੂੰ ਮੈਸੇਜ ਦਿੱਤਾ ਗਿਆ। ਮੈਮ ਕੋਲ ਵੀ ਚੱਲਦੇ ਆ ਜੋ ਕਿ ਐਸਡੀਐਮ ਪਾਇਲ ਨੇ। ਮੈਮ, ਕੀ ਸੁਨੇਹਾ ਦੇਣਾ ਚਾਹੋਗੇ ਕਲੱਬ ਮੈਂਬਰਸ ਨੂੰ? ਕਲੱਬ ਮੈਂਬਰਸ ਨੂੰ ਇਹੀ ਸੁਨੇਹਾ ਹੈ ਜੀ ਕਿ ਤੁਸੀਂ ਆਪਣੇ VOTING ਰਾਈਟਸ ਐਕਸਰਸਾਈਜ਼ ਕਰਨੇ ਨੇ, ਤੇ ਤੁਸੀਂ ਬਿਨਾਂ ਕਿਸੇ ਦੇ ਦਬਾਅ ਚਾਹੇ ਬਿਨਾਂ ਕੋਈ ਲਾਲਚ ਕੀਤੇ ਆਪਣੇ VOTING ਰਾਈਟਸ ਵਧੀਆ ਤਰੀਕੇ ਨਾਲ ਐਕਸਰਸਾਈਜ਼ ਕਰੋ ਤੇ ਆਪਣੀ ਕਮੇਟੀ ਵਧੀਆ ਕਮੇਟੀ ਜਿਹੜੀ ਆ ਉਹ ਚੁਣ ਕੇ ਸਾਹਮਣੇ ਆਵੇ। ਕਲੱਬ ਦੇ ਇਲੈਕਸ਼ਨਸ ਨੇ ਜਿਹੜੇ 24 ਤਰੀਕ ਨੂੰ ਜਿਸ ਤਰ੍ਹਾਂ ਦੱਸਿਆ ਜਾ ਰਿਹਾ ਹੋਣ ਜਾ ਰਹੇ ਨੇ, ਔਰ 6 ਪਾਰਟਿਸਪੈਂਟ ਨੇ ਜਿਹੜੇ ਕੰਟੈਸਟੈਂਟ ਨੇ, ਉਹਨਾਂ ਦੇ ਵੱਲੋਂ ਅੱਜ ਫਾਈਲਾਂ ਜਿਹੜੀਆਂ ਭਰੀਆਂ ਗਈਆਂ ਨੇ, ਕਾਗਜ਼ ਭਰ ਦਿੱਤੇ ਗਏ ਨੇ। ਹਾਲਾਂਕਿ 21 ਤਰੀਕ ਹੈ, ਨਾਮਾਂਕਨ ਪੱਤਰ ਹੈ ਜਿਹੜੇ ਵਾਪਸ ਵਿਡਰਾਲ ਜਿਹੜੀ ਹੈਗੀ ਹੈ ਕਰ ਸਕਦੇ ਨੇ। ਇਹ ਸੀ ਅੱਜ ਦੀ ਤਾਜ਼ਾ ਤਸਵੀਰ। ਫਿਰ ਮਿਲਦੇ ਹਾਂ ਨਵੀਆਂ ਤਸਵੀਰਾਂ ਦੇ ਨਾਲ। ਫਿਲਹਾਲ ਮੈਨੂੰ ਦਿਓ ਇਜਾਜ਼ਤ।